संगत नूं वाहिगुरू जी का खालसा वाहिगुरू जी की फतेह। श्री गुरु ग्रंथ साहिब दे अंग नंबर 1426 ते 9वें महले दे श्लोक ने। एक ओंकार सतगुर प्रसाद। एक ओंकार का मतलब परमात्मा, एक दा भाव है निर्गुण, ओंकार का भाव है सरगुण। निर्गुण वो हुंदा जिहड़ा विखाई ना देवे, सरगुण वो हुंदा जिहड़ा दिखाई देवे। परमात्मा निर्गुण भी है अते सरगुण भी है। सतगुर प्रसाद, सतगुर सतगुरु दी प्रसाद किरपा नाल। परमात्मा सतगुरु दी किरपा नाल मिलता है, निरा गुरु धारण करन नाल नहीं मिलता। हाँ, जिन्हें परमात्मा नूं प्राप्त करना उन्होंने गुरु जरूर धारण करना पएगा, क्योंकि निगुरे नूं परमात्मा नहीं मिलता। ये सारे संसार च असूल है। निगुरे नूं परमात्मा नहीं मिलता। जिस दी इच्छा होवे कि मैं परमात्मा नूं मिलना है, उन्होंने गुरु वाला होना पवेगा। सिख धर्म दे विच गुरु वाला होण लई 5 प्यारिਆਂ ਦੇ ਅੱਗੇ ਜਾਣਾ ਪੈਂਦਾ है। ਉਹ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਛਕਾਉਂਦੇ, ਨਾਲ ਗੁਰਮੰਤਰ ਦਿੰਦੇ ਨੇ। ਫਿਰ ਮਨੁੱਖ ਉਸ ਗੁਰਮੰਤਰ ਦਾ ਜਾਪ ਕਰਦਾ ਹੈ, ਨਾਲ ਬਾਣੀ ਪੜ੍ਹਦਾ ਹੈ। ਪਰ ਇੰਨਾ ਕਰਨ ਦੇ ਬਾਵਜੂਦ ਵੀ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, जिन्ना चिर गुरु महाराज की किरपा नहीं हुंदी। कई बारी आपां पाठ करते हैं, कीर्तन करते हैं, कथा वार्ता करते हैं, सुनते हैं, पर जो गुरबाणी कहती है उस तरह कर्म नहीं करते। गुरु महाराज की खुशी नहीं हुंदी। बाणी भी पढ़ी, सिमरन भी कीता, कथा वार्ता भी कीती या सुनी, पर गुरु महाराज दे आखे ना लगे। एक अद्धा हुक्म दे मन लिया भी पाठ करो जी, सिमरन करो जी। ਜਿਹੜੀਆਂ बुराइयां छड्डणियां ने, अगर वो बुराइयां सिख नहीं छड्डदा तो गुरु महाराज की खुशी नहीं हुंदी। 4-5 वड्डियां बुराइयां गिनी गई गुरबाणी च। सब तो वड्डी जिहड़ी बुराई है वह हराम की कमाई है। भी सिख ने हराम की कमाई नहीं करनी, 10 ਨੂੰਹਾਂ की किरत करनी। दूजी वड्डी बुराई है नशे करना या वेचना। सिख ने किसी प्रकार का कोई नशा नहीं करना, ना ही बेचना है। तीसरा है बद चलन नहीं होना, अपने चाल चलन नूं उच्चा रखना है। चौथा है कौड़ा नहीं बोलना, मिठा बोलना है तो निमरता ना रहना। पंजवें किसी नूं जात जां धर्म के आधार पर नफरत नहीं करनी, कि सारे जीव परमात्मा के पैदा किए हुए हैं। ये जातां धर्म के बाद च बने हुए हैं। किसी भी नूं जात जां धर्म के आधार पर नफरत नहीं करनी। ये 5 गल्लां दा खास ख्याल रखना जिन्हां ने भजन बंदगी वाले पासे आउणा है। भजन बंदगी नूं फल तां ही लगेगा जे 5 बुराइयां साढ़े च ना होण।
ਨੰਬਰ 1 ਹਰਾਮ ਦੀ ਕਮਾਈ, ਨੰਬਰ 2 ਨਸ਼ੇ ਕਰਨਾ ਜਾਂ ਵੇਚਣਾ, ਨੰਬਰ 3 ਹੈ ਬਦਫੈਲੀ ਬਦ ਚੱਲਣੀ, ਨੰਬਰ 4 ਹੈ ਕੌੜਾ ਬੋਲਣਾ, ਨੰਬਰ 5 ਹੈ ਕਿਸੇ ਨੂੰ ਜਾਤ ਜਾਂ ਧਰਮ ਦੇ ਆਧਾਰ 'ਤੇ ਨਫ਼ਰਤ ਕਰਨਾ। ਇਹ ਪੰਜੇ ਬੁਰਾਈਆਂ ਛੱਡ ਕੇ ਜਦੋਂ ਸਿੱਖ ਫਿਰ ਬਾਣੀ ਪੜ੍ਹਦਾ ਅਤੇ ਨਾਮ ਜਪਦਾ, ਫਿਰ ਗੁਰੂ ਮਹਾਰਾਜ ਦੀ ਖੁਸ਼ੀ ਹੁੰਦੀ ਹੈ। ਅਤੇ ਜਿੱਦਾਂ ਗੁਰੂ ਮਹਾਰਾਜ ਦੀ ਹੋ ਗਈ ਖੁਸ਼ੀ, ਉਦਾਂ ਹੀ ਏਕ ਓਂਕਾਰ ਦੀ ਪ੍ਰਾਪਤੀ ਹੋ ਜਾਣੀ ਹੈ। ਇਸ ਲਈ ਕਿਹਾ ਕਿ ਏਕ ਓਂਕਾਰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕਿਰਪਾ ਹਮੇਸ਼ਾ ਉਸ ਵਿਅਕਤੀ 'ਤੇ ਹੀ ਹੁੰਦੀ ਹੈ ਜਿਹੜਾ ਹੁਕਮ ਮੰਨਦਾ ਹੈ, ਜਿਹੜਾ ਆਪਣੇ ਮਾਲਕ ਦਾ ਸਤਿਕਾਰ ਵੀ ਕਰਦਾ ਅਤੇ ਉਹਦਾ ਹੁਕਮ ਵੀ ਮੰਨਦਾ ਹੈ। ਨਿਰਾ ਸਤਿਕਾਰ ਨਹੀਂ, ਹੁਕਮ ਮੰਨੇ, ਅਤੇ ਨਿਰਾ ਹੁਕਮ ਮੰਨਣਾ ਨਹੀਂ, ਨਾਲ ਸਤਿਕਾਰ ਵੀ ਕਰਨਾ। ਅਸੀਂ ਆਪਣੇ ਗੁਰੂ ਦਾ ਸਤਿਕਾਰ ਵੀ ਕਰਨਾ ਹੈ ਅਤੇ ਜਿਵੇਂ ਬਾਣੀ ਕਹਿੰਦੀ ਉਹ ਹੁਕਮ ਵੀ ਮੰਨਣਾ ਹੈ। ਫਿਰ ਜ਼ਰੂਰ ਗੁਰੂ ਮਹਾਰਾਜ ਦੀ ਖੁਸ਼ੀ ਹੋ ਜਾਏਗੀ। ਸੋ ਥਾਂ ਥਾਂ 'ਤੇ ਇਹ ਇੰਨੀ ਲਾਈਨ ਲਿਖੀ ਹੋਈ ਹੈ ਗੁਰੂ ਗ੍ਰੰਥ ਸਾਹਿਬ, ਇਹ ਸੈਂਕੜੇ ਵਾਰ ਲਿਖੀ ਹੋਣੀ ਹੈ ਕਿ ਏਕ ਓਂਕਾਰ ਸਤਿਗੁਰ ਪ੍ਰਸਾਦਿ, ਤਾਂ ਜੋ ਸਿੱਖ ਨੂੰ ਦ੍ਰਿੜ ਹੋ ਜਾਏ ਕਿ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅਸੀਂ ਕਿਰਪਾ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰਨੀ ਹੈ। ਪਾਤਰ ਹੁੰਦਾ ਭਾਂਡਾ, ਇੱਕ ਬੰਦਾ ਮਹਾਂਪੁਰਖਾਂ ਕੋਲ ਚਲੇ, ਕਹੇ ਜੀ ਮੈਂ ਨਾਮ ਲੈਣਾ ਹੈ। ਉਹ ਕਹਿੰਦੇ ਤੈਨੂੰ ਨਾਮ ਨਹੀਂ ਮਿਲ ਸਕਦਾ। ਨਹੀਂ ਜੀ, ਕਿਰਪਾ ਕਰੋ ਜੀ, ਮੈਂ ਬੜੀ ਦੂਰੋਂ ਆਇਆ ਜੀ, ਮੈਨੂੰ ਨਾਮ ਦੀ ਦਾਤ ਦਿਓ। ਉਹ ਕਹਿੰਦੇ ਤੈਨੂੰ ਨਾਮ ਨਹੀਂ ਮਿਲ ਸਕਦਾ। ਉਹ ਕਹਿੰਦਾ ਵੀ ਕਿਉਂ ਨਹੀਂ ਮਿਲ ਸਕਦਾ ਜੀ? ਕਹਿੰਦੇ ਤੇਰਾ ਭਾਂਡਾ ਹੀ ਨਹੀਂ ਹੈਗਾ। ਨਾਮ ਕਾਹਦੇ 'ਚ ਪਾਏਗਾ, ਤੇਰੇ ਕੋਲੇ ਭਾਂਡਾ ਹੀ ਨਹੀਂ ਹੈਗਾ। ਕਹਿੰਦੇ ਮੇਰੇ ਕੋਲੇ ਕਿਉਂ ਨਹੀਂ ਭਾਂਡਾ ਹੈ? ਕਹਿੰਦੇ ਤੂੰ ਪਿਛਲੇ ਜਨਮ 'ਚ ਇੱਲ ਸੀ, ਇੱਲ। ਕਹਿੰਦੀ ਫਿਰ ਮੈਨੂੰ ਮਨੁੱਖਾ ਜੀਵਨ ਕਿਵੇਂ ਮਿਲ ਗਿਆ ਸੀ ਇਸ ਵਾਰ? ਕਹਿੰਦੇ ਤੂੰ ਗੁਰਦੁਆਰੇ ਦੇ ਉੱਤੇ ਉੱਡਿਆ ਕਰਦੀ ਸੀ। ਸੰਗਤ ਦੀ ਜਿਹੜੀ ਝੂਠ ਸੀ ਉਹ ਟੱਬ 'ਚ ਪਾ ਦਿਆ ਕਰਦੇ ਸਨ। ਤੂੰ ਆ ਕੇ ਉਹ ਝੂਠ ਖਾਇਆ ਕਰਦੇ ਸੀ। ਸੰਗਤ ਦੀ ਝੂਠ ਖਾ ਖਾ ਕੇ ਤੈਨੂੰ ਇਹ ਮਨੁੱਖਾ ਜੀਵਨ ਮਿਲਿਆ। ਪਰ ਕਿਉਂਕਿ ਤੂੰ ਪਿਛਲੇ ਜਨਮ 'ਚ ਜਾਨਵਰ ਸੀ, ਤੇਰੀ ਪਿਛਲੇ ਜਨਮਾਂ ਦੀ ਕੋਈ ਕਮਾਈ ਨਹੀਂ ਹੈ। ਤੇਰੇ ਕੋਲੇ ਭਾਂਡਾ ਹੀ ਨਹੀਂ ਹੈ ਜਿਸ ਦੇ ਵਿੱਚ ਅਸੀਂ ਨਾਮ ਪਾਈਏ। ਕਹਿੰਦੇ ਫਿਰ ਮੈਂ ਅੰਮ੍ਰਿਤ ਛਕ ਲਾਂਗਾ। ਕਹਿੰਦੇ ਛਕ ਲੈ। ਅੰਮ੍ਰਿਤ ਕਿਹੜਾ ਕੋਈ ਆਸਾਨ ਚੀਜ਼ ਹੈ? ਛਕ ਲੈ। ਤੇਰੇ ਕੋਲ ਭਾਂਡਾ ਹੀ ਨਹੀਂ, ਤੂੰ ਕੁਝ ਮਹੀਨੇ ਬਾਅਦ ਛੱਡ ਦੇਗਾ। ਛਕ ਕੇ ਦੇਖ ਲੈ, ਅੰਮ੍ਰਿਤ ਕਿੱਥੇ ਪਵਾਏਗਾ? ਤੇਰੇ ਕੋਲ ਭਾਂਡਾ ਹੀ ਨਹੀਂ ਹੈ। ਉਹਨੂੰ ਵੀ ਸਮਝ ਆ ਗਈ। ਕਹਿੰਦੀ ਫਿਰ ਮੈਂ ਕੀ ਕਰਾਂ? ਕਹਿੰਦੇ ਤੇਰੀ ਮਰਜ਼ੀ ਹੈ, ਸਾਡੇ ਡੇਰੇ 'ਤੇ ਰਹਿ ਕੇ ਸੇਵਾ ਕਰ, ਕਥਾ ਵਾਰਤਾ ਸੁਣ, ਚਾਹੇ ਭਾਈ ਜਿਹੜਾ ਤੇਰੇ ਪਿੰਡ ਦਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਜਾ ਕੇ ਸੇਵਾ ਕਰ, ਕਥਾ ਕੀਰਤਨ ਸੁਣ। ਇਸ ਜਨਮ 'ਚ ਤੂੰ ਇਹ ਕੰਮ ਕਰ, ਅਗਲੇ ਜਨਮ ਤੱਕ ਤੇਰਾ ਭਾਂਡਾ ਤਿਆਰ ਹੋ ਜਾਏਗਾ, ਆਪੇ ਸਬੱਬ ਬਣ ਜਾਏਗਾ, ਤੈਨੂੰ ਨਾਮ ਦੀ ਦਾਤ ਮਿਲ ਜਾਏਗੀ। ਸੋ ਇਸ ਲਈ
ਇਹ ਨਾਮ ਦੀ ਦਾਤ ਜਿਨ੍ਹਾਂ ਨੂੰ ਮਿਲੀ ਹੈ ਨਾ, ਉਹਦੀ ਕੀਮਤ ਪਾਉਣੀ ਹੈ ਵੀ ਐਵੇਂ ਨਹੀਂ ਮਿਲ ਗਈ, ਇਹ ਐਵੇਂ ਨਹੀਂ ਮੈਂ ਅੰਮ੍ਰਿਤਧਾਰੀ ਹੋ ਗਿਆ, ਪਿਛਲੇ ਜਨਮ 'ਚ ਮੈਂ ਭਜਨ ਬੰਦਗੀ ਕੀਤੀ, ਜਿਹਦੇ ਨਤੀਜੇ ਵਜੋਂ ਹੁਣ ਮੈਂ ਗੁਰੂ ਵਾਲਾ ਬਣਿਆ ਹਾਂ। ਅਤੇ ਇਸ ਦਾਤ ਨੂੰ ਸਾਂਭ ਕੇ ਰੱਖਣਾ ਅਤੇ ਭਜਨ ਬੰਦਗੀ ਕਰਨੀ ਹੈ। ਬੁਰਾਈਆਂ ਦਾ ਤਿਆਗ ਕਰਕੇ ਫਿਰ ਭਜਨ ਬੰਦਗੀ ਕਰਨੀ। ਦੋਨੋਂ ਕੰਮ ਇਕੱਠੇ ਨਹੀਂ ਚੱਲਣਗੇ ਵੀ ਹਾਂ ਬੁਰੇ ਕੰਮ ਵੀ ਕਰਦੇ ਰਹੋ ਅਤੇ ਭਜਨ ਬੰਦਗੀ ਵੀ ਕਰਦੇ ਰਹੋ, ਇਹ ਨਹੀਂ ਚੱਲੇਗਾ। 10 ਗੁਰੂਆਂ ਦੇ ਜੀਵਨ ਪੜ੍ਹ ਕੇ ਦੇਖ ਲਓ। ਸੂਰਜ ਪ੍ਰਕਾਸ਼ ਕਿਤੇ ਕਿਸੇ ਗੁਰੂ ਦੇ ਜੀਵਨ 'ਚ ਐਸਾ ਨਹੀਂ ਆਉਂਦਾ ਕਿ ਉਹਨਾਂ ਨੇ ਕਿਸੇ ਗਲਤ ਬੰਦੇ ਨੂੰ ਗੁਰਮੰਤਰ ਦਿੱਤਾ ਹੋਵੇ। ਪਹਿਲਾਂ ਉਹਦੀ ਬੁਰਾਈ ਛਡਾਈ, ਜਦੋਂ ਉਸਨੇ ਤੋਬਾ ਕਰ ਲਈ ਵੀ ਮੈਂ ਅੱਗੇ ਤੋਂ ਇਹ ਨਹੀਂ ਕਰਦਾ, ਫਿਰ ਉਹਨੂੰ ਗੁਰਮੰਤਰ ਦਿੱਤਾ। ਤੋਬਾ ਕਰਨੀ ਪੈਂਦੀ ਹੈ। ਗਨਕਾ ਹੈ ਵੇਸਵੈ, ਮਜਬੂਰੀ ਵਸ ਹੋਈ ਕਿ ਸ਼ੌਕ ਵਸ ਹੋਈ, ਇਹ ਅੱਲਾ ਜਾਣੇ। ਗਨਕਾ ਦਾ ਸ਼ਬਦੀ ਅਰਥ ਹੈ ਵੇਸਵਾ। ਗਨਕਾ ਉਹਦਾ ਕੋਈ ਨਾਮ ਨਹੀਂ ਹੈ। ਵੇਸਵਾ ਨੂੰ ਗਨਕਾ ਕਹਿੰਦੇ। ਸਰੀਰ ਵੇਚਦੀ ਹੈ। ਇੱਕ ਦਿਨ ਅਚਾਨਕ ਬਾਹਰ ਕੁਟੀਆ 'ਚ ਇੱਕ ਸਾਧੂ ਰਹਿੰਦੇ ਹੁੰਦੇ ਸੀ। ਜਿਉਂ ਲੱਗਾ ਮੀਂਹ ਪੈਣ, ਕਈ ਦਿਨ ਦੀ ਝੜੀ ਲੱਗ ਗਈ। ਸਾਧੂ ਦੀ ਕੁਟੀਆ ਚੋਣ ਲੱਗ ਪਈ। ਝੜੀ ਲੱਗਣ ਕਰਕੇ 3-4 ਦਿਨ ਕੋਈ ਰੋਟੀ ਪਾਣੀ ਵੀ ਨਹੀਂ ਦੇਣ ਆਇਆ। ਸਾਧੂ ਕੋਲੇ ਤੋਤਾ ਸੀ। ਸਾਧੂ ਨੇ ਸੋਚਿਆ ਵੀ ਚਲੋ ਮੈਂ ਤੇ ਭੁੱਖਾ ਰਹਿ ਲਾਂਗਾ, ਇਹ ਵਿਚਾਰਾ ਪੰਛੀ ਕਿਤੇ ਭੁੱਖ ਨਾਲ ਮਾਰੀ ਨਾ ਜਾਵੇ, ਮੈਂ ਸ਼ਹਿਰ ਜਾ ਕੇ ਇਹਦੇ ਲਈ ਕੁਛ ਲੈ ਆਵਾਂ। ਸ਼ਹਿਰ ਤੱਕ ਆਉਂਦਿਆਂ ਆਉਂਦਿਆਂ ਰਾਤ ਪੈ ਗਈ। ਉਦੋਂ ਆਹ ਲਾਈਟਾਂ ਨਹੀਂ ਸਨ ਹੁੰਦੀਆਂ, ਬੜੀ ਪੁਰਾਣੀ ਗੱਲ ਹੈ। ਦੀਵੇ ਹੁੰਦੇ ਸਨ। ਜਿਸ ਘਰ ਕੋਲੋਂ ਲੰਘੇ ਹਨੇਰਾ, ਇੱਕ ਘਰ ਦੇ ਵਿੱਚ ਚੁਬਾਰੇ 'ਚ ਦੀਵਾ ਜਗ ਰਿਹਾ ਹੈ। ਸਾਧੂ ਨੇ ਸੋਚਿਆ ਇਹ ਮਾਲਕ ਜਾਗਦੇ ਨੇ। ਉਹਨਾਂ ਦਰਵਾਜ਼ਾ ਖੜਕਾਇਆ। ਇੱਕ ਔਰਤ ਬਾਹਰ ਨਿਕਲੀ ਹੈ। ਸਾਧੂ ਨੇ ਜਦੋਂ ਔਰਤ ਨੂੰ ਵੇਖਿਆ ਤਾਂ ਉਹਨੇ ਦੇਖਿਆ ਵੀ ਓਹੋ, ਇਹ ਔਰਤ ਤੇ ਠੀਕ ਨਹੀਂ ਹੈ। ਪਹਿਰਾਵੇ ਅਤੇ ਮਨੁੱਖ ਦੇ ਹਾਵ ਭਾਵ ਤੋਂ ਪਤਾ ਲੱਗ ਜਾਂਦਾ। ਔਰਤ ਨੇ ਵੀ ਸੋਚਿਆ ਵੀ ਇਹ ਮਹਾਤਮਾ ਗਲਤ ਥਾਂ ਤੇ ਆ ਗਿਆ ਹੈ। ਕਹਿੰਦੇ ਮਹਾਤਮਾ ਜੀ ਤੁਸੀਂ ਗਲਤ ਥਾਂ ਤੇ ਆ ਗਏ ਹੋ। ਅੱਗੋਂ ਸਾਧੂ ਕਹਿੰਦੇ ਬੇਟਾ ਮਹਾਤਮਾ ਲਈ ਕੋਈ ਥਾਂ ਗਲਤ ਨਹੀਂ ਹੁੰਦੀ। ਕਹਿੰਦੇ ਫਿਰ ਆ ਜਾਓ। ਬੜੇ ਪਿਆਰ ਨਾਲ ਬਿਠਾਇਆ। ਬੇਸ਼ੁਕਰ ਹੈ ਇੰਨੇ ਸਾਲਾਂ ਬਾਅਦ ਕਿਸੇ ਸਾਧੂ ਦੇ ਦਰਸ਼ਨ ਹੋਏ ਨੇ। ਅੰਗੀਠੀ ਬਾਲੀ ਹੈ, ਅੱਗੇ ਰੱਖੀ ਹੈ ਵੀ ਸੇਕ ਲਓ ਜੀ, ਅਤੇ ਮੈਂ ਰੋਟੀ ਤਿਆਰ ਕਰਦੀ ਹਾਂ। ਲੰਗਰ ਪਾਣੀ ਤਿਆਰ ਹੋ ਗਿਆ ਹੈ। ਜਦੋਂ ਤੋਤੇ ਨੇ ਕੁਛ ਖਾਧਾ, ਉੱਧਰੋਂ ਸੇਕ ਨਾਲ ਉਹਦੀ ਠੰਡ ਉਤਰੀ ਤਾਂ ਤੋਤਾ ਰਾਮ ਰਾਮ ਕਰਨ ਲੱਗ ਪਿਆ ਹੈ, ਕਿਉਂਕਿ ਉਹਨੂੰ ਰਾਮ ਰਾਮ ਕਰਨਾ ਸਿਖਾਇਆ ਸੀ। ਸਾਰੀ ਰਾਤ ਉਹ ਵੇਸਵਾ ਅਤੇ ਮਹਾਤਮਾ ਧਰਮ ਦੀਆਂ ਗੱਲਾਂ ਕਰਦੇ ਰਹੇ। ਦੋਨੋਂ ਹੀ ਨਹੀਂ ਸੁੱਤੇ। ਜਦੋਂ ਦਿਨ ਚੜ੍ਹਨ ਵਾਲਾ ਹੋ ਗਿਆ, ਮਹਾਤਮਾ ਕਹਿੰਦੇ ਬੇਟਾ ਹੁਣ ਸਾਡਾ ਤੇਰੇ ਘਰ ਠਹਿਰਨਾ ਠੀਕ ਨਹੀਂ ਹੈ, ਸਾਨੂੰ ਜਾਣ ਦੀ ਆਗਿਆ ਬਖਸ਼।
ਕਹਿੰਦੇ ਜੀ ਤੁਸੀਂ ਬੜਾ ਵੱਡਾ ਪਰਉਪਕਾਰ ਮੇਰੇ 'ਤੇ ਕੀਤਾ, ਮੇਰੇ ਘਰ ਤੁਸੀਂ ਚਰਨ ਪਾਏ ਨੇ, ਨਹੀਂ ਤੇ ਇੱਥੇ ਦੇ ਲੁੱਚੇ ਲਫੰਗੇ ਆਉਂਦੇ ਹਨ। ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਇਹ ਤੋਤਾ ਦੇ ਜਾਓ। ਮੈਂ ਅੱਜ ਤੋਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ, ਮੈਂ ਅੱਜ ਤੋਂ ਇਹ ਵੇਸਵਾ ਗਮਨੀ ਛੱਡੀ। ਮੈਂ ਹੁਣ ਰਾਮ ਰਾਮ ਕਰਿਆ ਕਰਨਾ ਹੈ। ਮਹਾਂਪੁਰਖਾਂ ਨੇ ਗੁਰਮੰਤਰ ਦਿੱਤਾ ਰਾਮ ਰਾਮ ਦਾ। ਕਹਿ ਜੀ ਮੈਨੂੰ ਤੋਤਾ ਦੇ ਦਿਓ, ਇਹ ਰਾਮ ਰਾਮ ਕਰਿਆ ਕਰੇਗਾ, ਮੈਂ ਇਹਦੇ ਨਾਲ ਰਾਮ ਰਾਮ ਕਰਦੀ ਰਿਹਾ ਕਰਾਂਗੀ। ਜਿਵੇਂ ਕਈ ਲੋਕ ਸਿਮਰਨ ਦੀ ਕੈਸਟ ਲਾ ਲੈਂਦੇ ਨੇ, ਅਤੇ ਜਿਵੇਂ ਉਹ ਸਿਮਰਨ ਕਰਦੇ ਉਸ ਤਰ੍ਹਾਂ ਨਾਲ ਨਾਲ ਵਾਹਿਗੁਰੂ 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 ਜਿਵੇਂ ਉਸ ਕਰਦੇ ਰਹਿੰਦੇ ਨੇ, ਜੀ ਲੱਗਾ ਰਹਿੰਦਾ। ਇਸ ਤਰ੍ਹਾਂ ਸ਼ੁਰੂ 'ਚ ਇਸ ਤਰ੍ਹਾਂ ਹੀ ਕਰਨਾ ਪੈਂਦਾ। ਮਹਾਤਮਾ ਉਸ ਨੂੰ ਤੋਹਤਾ ਦੇ ਕੇ ਚਲੇ ਗਏ ਨੇ। ਉਹਨੇ ਕੁੰਡਾ ਅੰਦਰੋਂ ਬੰਦ ਕਰ ਲਿਆ ਅਤੇ ਦਿਨ ਰਾਤ ਹੁਣ ਰਾਮ 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 ਤੋਤੇ ਨਾਲ ਕਰਦੀ ਰਹਿੰਦੀ ਹੈ। ਕੁਝ ਦਿਨਾਂ ਬਾਅਦ ਗਾਹਕਾਂ ਨੂੰ ਪਤਾ ਲੱਗਾ ਕਿ ਇਸ ਨੇ ਤਾਂ ਵੇਸਵਾ ਗਮਨੀ ਛੱਡ ਦਿੱਤੀ ਹੈ, ਇਹ ਤਾਂ ਹੁਣ ਰਾਮ ਰਾਮ ਕਰਦੀ ਰਹਿੰਦੀ ਹੈ, ਇਸ ਲਈ ਉਹਦੇ ਗਾਹਕ ਆਉਣੋਂ ਹਟ ਗਏ। ਇਸ ਤਰ੍ਹਾਂ ਉਹ ਰਾਮ ਰਾਮ ਕਰਦੀ ਕਰਦੀ ਕਿੰਨੇ ਸਾਲ ਬੀਤ ਗਏ, ਕਿਉਂਕਿ ਬੁਰਾਈ ਤਿਆਗਤੀ ਹੈ, ਮੁੜ ਕੇ ਬੁਰਾਈ ਨਹੀਂ ਕੀਤੀ, ਰਾਮ ਰਾਮ ਕਰਦੀ ਰਹੀ ਹੈ। ਇੱਕ ਦਿਨ ਰਾਤ ਨੂੰ ਪਿੰਜਰਾ ਬੰਦ ਕਰਨਾ ਭੁੱਲ ਗਈ। ਇੱਕ ਸੱਪ ਵੜ ਗਿਆ ਪਿੰਜਰੇ 'ਚ, ਉਸਨੇ ਤੋਤੇ ਨੂੰ ਡੰਗ ਮਾਰਿਆ, ਤੋਤਾ ਮਰ ਗਿਆ। ਸੱਪ ਅੰਦਰ ਹੀ ਬੈਠਾ ਹੈ ਜੰਗਲੇ। ਉਹ ਸਵੇਰੇ ਅੰਮ੍ਰਿਤ ਵੇਲੇ ਉੱਠੀ, ਪਿੰਜਰੇ ਦੇ ਕੋਲ ਗਈ, ਕਿ ਬੋਲ ਰਾਮ ਰਾਮ, ਕੋਈ ਆਵਾਜ਼ ਨਹੀਂ ਆਈ। ਉਹਨੇ ਦੇਖਿਆ ਵੀ ਤੋਤਾ, ਦੇਖਾਂ ਤੁਸੀਂ ਤੋਤਾ ਪਿੰਜਰੇ 'ਚ ਹੀ ਹੈ। ਜਦੋਂ ਪਿੰਜਰੇ 'ਚ ਹੱਥ ਪਾਇਆ, ਸੱਪ ਨੇ ਡੰਗ ਮਾਰਿਆ। ਜਦੋਂ ਸੱਪ ਨੇ ਡੰਗ ਮਾਰਿਆ ਗਨਕਾ ਦੇ, ਉਹਦੇ ਮੂੰਹ ਨਿਕਲਿਆ ਰਾਮ। ਜਿਉਂ ਹੀ ਰਾਮ ਨਿਕਲਿਆ, ਦੇਵਤੇ ਲੈਣ ਆ ਗਏ, ਬੇਵਾਨ 'ਤੇ ਬਿਠਾ ਕੇ ਸਵਰਗਾਂ ਨੂੰ ਲੈ ਗਏ। ਉਹਨੇ ਤੋਬਾ ਕਰ ਲਈ। ਸਿੱਖ ਧਰਮ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਅੱਜ ਤੱਕ ਕੀ ਸੀ? ਚੋਰ ਸੀ, ਚਿਕਾਰ ਸੀ, ਲੁੱਚੇ ਸੀ, ਲਫੰਗੇ ਸੀ, ਨਸ਼ਈ ਸੀ, ਬਦਮਾਸ਼ ਸੀ, ਕੁਝ ਵੀ ਸੀ। ਤੁਸੀਂ ਅੱਜ ਪ੍ਰਤਿੱਗਿਆ ਕਰ ਲਓ ਕਿ ਮੈਂ ਬੁਰਾਈ ਛੱਡੀ, ਮੁੜ ਕੇ ਨਾ ਕਰੋ, ਅਤੇ ਗੁਰਮੰਤਰ ਲੈ ਕੇ ਉਹਦਾ ਫਿਰ ਜਾਪ ਕਰੋ ਡਟ ਕੇ। ਸਾਰੇ ਪਿਛਲੇ ਔਗਣ ਮੁਆਫ ਹੋ ਜਾਂਦੇ ਨੇ। ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ। ਪਿਛਲੇ ਔਗਣ ਬਖਸ਼ੇ ਜਾਂਦੇ ਨੇ ਅਗਰ ਬੰਦਾ ਮੁੜ ਕੇ ਔਗਣ ਨਾ ਕਰੇ। ਬਖਸ਼ੇ ਤਾਂ ਜਾਂਦੇ ਨੇ। ਮੁੜ ਕੇ ਬੁਰਾਈ ਨਹੀਂ ਕਰਨੀ। ਜਿੰਨਾ ਸਮਾਂ ਜਿਉਂਦੇ ਹਾਂ ਭਜਨ ਬੰਦਗੀ ਕਰਦੇ ਰਹਿਣੇ, ਇੱਕ ਦਿਨ ਗੱਲ ਬਣ ਜਾਏਗੀ। ਆਹੀ ਕੁਛ ਹੀ ਸਾਨੂੰ ਉਹਨਾਂ ਨੇ ਸਮਝਾਉਣਾ ਇਹਨਾਂ ਸ਼ਲੋਕਾਂ 'ਚ। ਸ਼ਲੋਕ ਮਹਿਲਾ 9। ਇਹਦੇ ਦੋ ਉਚਾਰਨ ਨੇ, ਮਹੱਲਾ ਅਤੇ ਮਹਿਲਾ। ਤੁਸੀਂ ਕਹੋਗੇ ਜੀ ਦੋ ਉਚਾਰਨ ਕਿਉਂ ਨੇ? ਮੈਂ 6ਵੀਂ ਜਮਾਤ 'ਚ ਪੜ੍ਹਦਾ ਸੀ। ਉਧਰੋਂ ਪ੍ਰਾਇਮਰੀ ਸਕੂਲ ਚੌਥੀ ਤੱਕ ਹੁੰਦੇ ਸਨ, 5ਵੀਂ ਤੋਂ ਮਿਡਲ ਸਕੂਲ ਸ਼ੁਰੂ ਹੋ ਜਾਂਦਾ ਸੀ। 5ਵੀਂ 'ਚ ਅੰਗਰੇਜ਼ੀ ਲੱਗਿਆ ਕਰਦੀ ਸੀ, ਸਰਕਾਰੀ ਸਕੂਲ ਸੀ। 6ਵੀਂ ਦੇ ਵਿੱਚ ਜਿਹੜਾ ਸਾਨੂੰ ਟੀਚਰ ਇੰਗਲਿਸ਼ ਪੜ੍ਹਾਉਂਦਾ ਸੀ, ਉਹ ਕਹਿੰਦਾ ਲਿਖੋ ਬਫੈਲੋ। ਪਹਿਲਾਂ ਉਹਨੇ ਇੰਗਲਿਸ਼ ਲਿਖਾਇਆ ਬਲੈਕ ਬੋਰਡ 'ਤੇ, ਫਿਰ ਪੰਜਾਬੀ ਲਿਖਾਇਆ ਬਫੈਲੋ, ਬੱਬਾ ਫੱਫਾ ਦਲਾਵਾਂ ਲੱਲੇ ਨੂੰ ਹੋੜਾ, ਬਫੈਲੋ। ਅੱਗੇ ਅਰਥ ਲਿਖਾਇਆ ਮੱਝ।
ਅਗਲੇ ਦਿਨ ਕੁਦਰਤੀ ਉਹ ਟੀਚਰ ਛੁੱਟੀ 'ਤੇ ਸੀ। ਦੂਜੇ ਸੈਕਸ਼ਨ ਦੇ ਟੀਚਰ ਦੀ ਡਿਊਟੀ ਲਾਤੀ ਹੈਡ ਮਾਸਟਰ ਨੇ ਕਿ ਤੁਸੀਂ ਇਸ ਸੈਕਸ਼ਨ ਨੂੰ ਪੜ੍ਹਾਓ ਅੱਜ ਇੰਗਲਿਸ਼। ਉਹਨੇ ਆ ਕੇ ਲਿਖਾਇਆ, ਲਿਖੋ ਬਫਲੋ, ਤੇ ਅੱਗੇ ਅਰਥ ਲਿਖਾਤਾ ਮੱਝ। ਪਹਿਲਾ ਟੀਚਰ ਲਿਖਾਉਂਦਾ ਬਫੈਲੋ, ਦੂਜਾ ਟੀਚਰ ਲਿਖਾਉਂਦਾ ਬਫਲੋ। ਮੈਂ ਸੋਚਿਆ ਵੀ ਦੋਨਾਂ 'ਚ ਹੁਣ ਠੀਕ ਕੌਣ ਹੈ। ਘਰ ਆ ਕੇ ਮੇਰਾ ਭਰਾ ਟੀਚਰ ਲੱਗਾ ਸੀ ਵੱਡੇ, ਮੈਂ ਉਹਨਾਂ ਨੂੰ ਪੁੱਛਿਆ ਕਿ ਇੱਕ ਟੀਚਰ ਨੇ ਸਾਨੂੰ ਮੱਝ ਦੀ ਅੰਗਰੇਜ਼ੀ ਲਿਖਾਈ ਹੈ ਬਫੈਲੋ ਤੇ ਦੂਸਰੇ ਨੇ ਲਿਖਾਈ ਹੈ ਬਫਲੋ, ਇਹ ਦੋਨਾਂ 'ਚੋਂ ਠੀਕ ਕੌਣ ਹੈ? ਉਹ ਕਹਿੰਦੇ ਕਾਕਾ, ਜੇ ਮੈਂ ਤੈਨੂੰ ਕੁਛ ਕਿਹਾ ਤਾਂ ਹੋ ਸਕਦਾ ਤੇਰੀ ਤਸੱਲੀ ਨਾ ਹੋਵੇ। ਆ ਮੈਂ ਤੈਨੂੰ ਡਿਕਸ਼ਨਰੀ ਵਿਖਾਵਾਂ। ਡਿਕਸ਼ਨਰੀ 'ਚ ਉਚਾਰਨ ਲਿਖਿਆ ਸੀ ਬਫਲੋ। ਮੈਂ ਫਿਰ ਉਹ ਦੂਜੇ ਟੀਚਰ ਨੇ ਬਫੈਲੋ ਕਿਉਂ ਪੜ੍ਹਾਇਆ? ਕਹਿੰਦੇ ਕਾਕਾ, ਉਹ ਟੀਚਰ ਜਿਸ ਟੀਚਰ ਤੋਂ ਪੜ੍ਹਿਆ ਉਸ ਨੇ ਉਹਨੂੰ ਬਫੈਲੋ ਪੜ੍ਹਾਇਆ, ਅੱਗੇ ਉਹਨੇ ਤੁਹਾਨੂੰ ਬਫੈਲੋ ਪੜ੍ਹਾਤਾ। ਦੂਜੇ ਟੀਚਰ ਨੂੰ ਜਿਸ ਟੀਚਰ ਨੇ ਪੜ੍ਹਾਇਆ ਉਹਨੇ ਉਸਨੂੰ ਬਫਲੋ ਪੜ੍ਹਾਇਆ, ਉਹਨੇ ਤੁਹਾਨੂੰ ਬਫਲੋ ਲਿਖਾਤਾ। ਇਸੇ ਤਰ੍ਹਾਂ ਹੀ ਜਿਹੜੇ ਵਿਦਿਆਰਥੀ ਦੇ ਟੀਚਰ ਨੇ ਇਹਦਾ ਉਚਾਰਨ ਮਹੱਲਾ ਕਿਹਾ, ਉਹ ਵਿਦਿਆਰਥੀ ਇਸ ਨੂੰ ਮਹੱਲਾ ਪੜ੍ਹੇਗਾ। ਜਿਸ ਟੀਚਰ ਨੇ ਇਸ ਆਪਣੇ ਵਿਦਿਆਰਥੀ ਨੂੰ ਮਹਿਲਾ ਦਾ ਉਚਾਰਨ ਪੜ੍ਹਾਇਆ, ਉਹ ਮਹਿਲਾ ਪੜ੍ਹੇਗਾ, ਉਹ ਮਹਿਲਾ ਪੜ੍ਹੇਗਾ। ਜਿਵੇਂ ਬਫੈਲੋ ਤੇ ਬਫਲੋ ਦੋਨੋਂ ਆਪਣੀ ਆਪਣੀ ਥਾਂ 'ਤੇ ਠੀਕ ਨੇ। ਇਸ ਤਰ੍ਹਾਂ ਜੇ ਕੋਈ ਮਹੱਲਾ ਪੜ੍ਹਦਾ ਹੈ, ਉਹ ਪੜ੍ਹਨ ਵਾਲੇ ਦਾ ਕਸੂਰ ਨਹੀਂ। ਉਸ ਦੇ ਟੀਚਰ ਨੂੰ ਕਿਹਾ ਮਹੱਲਾ ਹੈ, ਵਿਦਿਆਰਥੀ ਨੇ ਕਿਹਾ ਯਾਦ ਕਰ ਲੈ ਮਹੱਲਾ। ਕੋਈ ਵਿਦਿਆਰਥੀ ਹੋਰ ਕਿਸੇ ਟੀਚਰ ਤੋਂ ਪੜ੍ਹਦਾ ਹੈ, ਉਹ ਕਹਿੰਦਾ ਮਹਿਲਾ ਨੌਵਾਂ, ਉਹ ਵਿਦਿਆਰਥੀ ਬੋਲਦਾ ਮਹਿਲਾ। ਦੋਨਾਂ ਦਾ ਕੁਦਰਤੀ ਹੋ ਜਾਏ ਮੇਲ। ਉਹ ਕਹੇਗਾ ਮਹੱਲਾ ਹੁੰਦਾ, ਉਹ ਕਹਿੰਦਾ ਮਹਿਲਾ ਹੁੰਦਾ। ਆਪਸ 'ਚ ਲੜ ਨਹੀਂ ਪੈਣਾ, ਆਪਸ 'ਚ ਲੜ ਨਹੀਂ ਪੈਣਾ। ਮਤਲਬ ਦੋਨਾਂ ਦਾ ਹੈ ਗੁਰੂ। ਮਤਲਬ ਕੀ ਹੈ? ਗੁਰੂ। ਮਹੱਲਾ ਨੌਵਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਮਹਿਲਾ ਨੌਵਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ। ਇਹ ਜਿਹੜਾ ਸ਼ਬਦ ਹੈ ਮਹੱਲਾ ਜਾਂ ਮਹਿਲਾ, ਇਹ ਸਿਰਫ ਗੁਰੂਆਂ ਲਈ ਵਰਤਿਆ ਗਿਆ ਹੈ, ਕਿਸੇ ਭਗਤ ਲਈ, ਕਿਸੇ ਸੰਤ ਦੇ ਅੱਗੇ ਨਹੀਂ ਲਾਇਆ ਗਿਆ। ਜਿਨ੍ਹਾਂ 6 ਗੁਰੂਆਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, ਉਹਨਾਂ ਨਾਲ ਹੀ ਹੈ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ। ਅਤੇ ਕੋਈ ਕਹਿੰਦਾ ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਮਹਿਲਾ ਪੰਜਵਾਂ, ਮਹਿਲਾ ਨੌਵਾਂ। ਦੋਨੋਂ ਆਪਣੀ ਆਪਣੀ ਥਾਂ 'ਤੇ ਠੀਕ ਨੇ। ਦੋਨਾਂ ਦਾ ਭਾਵ ਹੈ ਗੁਰੂ। ਮਹਿਲਾ ਪਹਿਲਾ ਗੁਰੂ ਨਾਨਕ ਦੇਵ ਜੀ, ਮਹੱਲਾ ਪਹਿਲਾ ਤਾਂ ਵੀ ਉਹੀ ਕਹੇਗਾ ਗੁਰੂ ਨਾਨਕ ਦੇਵ ਜੀ। ਅਰਥ ਗੁਰੂ ਹੈ, ਅਤੇ ਇਹ ਗੁਰੂਆਂ ਲਈ ਵਰਤਿਆ ਗਿਆ, ਕਿਸੇ ਸਾਧੂ ਲਈ ਨਹੀਂ ਵਰਤਿਆ ਗਿਆ, ਕਿਸੇ ਭਗਤ ਲਈ ਨਹੀਂ ਵਰਤਿਆ ਗਿਆ, ਇਹ ਗੁਰੂ ਲਈ ਵਰਤਿਆ ਗਿਆ ਹੈ। ਇਸ ਲਈ ਇਸ ਚੱਕਰ 'ਚ ਨਹੀਂ ਪੈਣਾ ਕਿ ਮਹੱਲਾ ਹੈ ਕਿ ਮਹਿਲਾ ਹੈ। ਸ਼ਲੋਕ ਮਹਿਲਾ ਨੌਵਾਂ। ਇਹ ਸ਼ਲੋਕ ਕਿਸ ਗੁਰੂ ਦੇ ਨੇ? 9ਵੇਂ ਪਾਤਸ਼ਾਹ ਦੇ। 9ਵੇਂ ਗੁਰੂ ਦੇ ਸ਼ਲੋਕ ਨੇ, ਗੁਰੂ ਤੇਗ ਬਹਾਦਰ ਮਹਾਰਾਜ ਦੇ। ਜਦੋਂ ਮੈਂ ਪਹਿਲੀ ਵਾਰੀ 1971 'ਚ ਬਾਣੀ ਪੜ੍ਹਦਾ ਪੜ੍ਹਦਾ ਇਹ ਇੱਥੇ ਪਹੁੰਚਿਆ ਨੇ ਇਸ ਲਾਈਨ 'ਤੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜਿਵੇਂ ਬਿਜਲੀ ਦੀ ਲਹਿਰ ਸਰੀਰ 'ਚ ਨਿਕਲਦੇ ਨਾ,
ਸਿਰ ਤੋਂ ਲੈ ਕੇ ਪੈਰ ਤੱਕ ਮੇਰੇ ਅੰਦਰ ਇੱਕ ਲਹਿਰ ਚੱਲ ਪਈ ਹੈ। ਮੈਂ ਹਿੱਲ ਗਿਆ ਆਪਣੀ ਥਾਂ ਤੋਂ। ਮੈਂ ਓਹੋ, ਗੁਰੂ ਮਹਾਰਾਜ ਕਹਿੰਦੇ ਜੇ ਤੁਸੀਂ ਪਰਮਾਤਮਾ ਦੇ ਗੁਣ ਹੀ ਨਹੀਂ ਗਏ ਤੂੰ ਤੇ ਜਨਮ ਹੀ ਸਾਰਾ ਵਿਅਰਥ ਗਵਾ ਲਿਆ। ਤੁਹਾਡਾ ਤਾਂ ਜਨਮ ਹੀ ਵਿਅਰਥ ਚਲੇ ਗਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ। ਅਕਾਰਥ ਹੁੰਦਾ ਵਿਅਰਥ। ਇੱਕ ਸ਼ਬਦ ਦਾ ਸਕਾਰਥ, ਉਹਦਾ ਵਿਰੋਧੀ ਸ਼ਬਦ ਹੈ ਅਕਾਰਥ, ਵਿਅਰਥ। ਕੀਨ ਮੈਨੇ ਕਰ ਲਿਆ। ਹੇ ਮਨਾ, ਮਨ ਨੂੰ ਸਾਰਾ ਕਿਹਾ ਸੀ। ਇਹ ਸਾਰੀ ਬਾਣੀ 'ਚ ਮਨ ਨੂੰ ਸੰਬੋਧਨ ਹੋਏ ਨੇ, ਮਨ ਨੂੰ ਕਹਿ ਰਹੇ ਨੇ। ਹੇ ਮਨਾ, ਗੁਣ ਗੋਬਿੰਦ ਗਾਇਓ ਨਹੀਂ। ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ, ਤੂੰ ਸਿਮਰਨ ਨਹੀਂ ਕੀਤਾ, ਤੂੰ ਬਾਣੀ ਨਹੀਂ ਪੜ੍ਹੀ। ਬਾਣੀ ਪੜ੍ਹਨਾ, ਸਿਮਰਨ ਕਰਨਾ, ਪਰਮਾਤਮਾ ਦੇ ਗੁਣ ਗਾਉਣਾ ਹੈ। ਹੇ ਮਨਾ, ਗੁਣ ਗੋਬਿੰਦ ਗਾਇਓ ਨਹੀਂ। ਤੂੰ ਪਰਮਾਤਮਾ ਦੇ ਗੁਣ ਹੀ ਨਹੀਂ ਗਾਏ। ਜਨਮ ਅਕਾਰਥ ਕੀਨ, ਤੂੰ ਆਪਣੇ ਜੀਵਨ ਨੂੰ ਵਿਅਰਥ ਗਵਾ ਲਿਆ। ਤੇਰਾ ਜੀਵਨ ਤੇ ਵਿਅਰਥ ਹੀ ਚਲਿਆ ਗਿਆ। ਤੇ ਇਸ ਤੋਂ ਸਾਫ਼ ਜ਼ਾਹਰ ਹੈ ਕਿ ਅਸੀਂ ਕੀ ਕਰਨਾ ਹੈ। ਇਸ ਤੋਂ ਹੁਣ ਸਾਫ਼ ਜ਼ਾਹਰ ਹੈ ਨਾ ਵੀ ਅਸੀਂ ਕੀ ਕਰਨਾ ਹੈ। ਅਸੀਂ ਨਾਮ ਜਪਣਾ ਹੈ। ਅਗਰ ਅਸੀਂ ਨਾਮ ਨਹੀਂ ਜਪਦੇ ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਤੁਸੀਂ ਜਨਮ ਹੀ ਵਿਅਰਥ ਗਵਾ ਲਿਆ। ਤੁਹਾਡਾ ਜੀਵਨ ਹੀ ਵਿਅਰਥ ਚ ਰਹਿ ਗਿਆ। ਇਹ ਕਿਸੇ ਲੇਖੇ ਹੀ ਨਹੀਂ ਲੱਗਣਾ। 60 ਸਾਲ 70 ਸਾਲ 80 ਸਾਲ 100 ਸਾਲ ਜਿੰਨਾ ਤੁਸੀਂ ਜਿਵੇਂ ਵਿਅਰਥ ਹੀ ਚਲੇ ਗਏ। ਇਸ ਲਈ ਜਿਹੜੇ ਗੁਰੂ ਪਿਆਰੇ ਬਾਣੀ ਨਾਲ ਜੁੜੇ ਹੋਏ ਨੇ, ਗੁਰਦੁਆਰਿਆਂ 'ਚ ਜਾਂਦੇ ਨੇ, ਸੇਵਾ ਕਰਦੇ ਨੇ, ਸਭ ਕੁਛ ਕਰਦੇ ਨੇ, ਯਾਦ ਰੱਖਣਾ ਅਗਰ ਸਿਮਰਨ ਨਹੀਂ ਕਰਦੇ, ਅਗਰ ਬਾਣੀ ਨਹੀਂ ਪੜ੍ਹਦੇ, ਦੇਖਣ ਨੂੰ ਸਿੱਖ ਨੇ। ਇਹ ਇਕੱਲੇ ਸਿੱਖਾਂ ਨੂੰ ਨਹੀਂ ਕਿਹਾ, ਬਾਣੀ ਸਭ ਲਈ ਹੈ। ਬਾਣੀ 'ਚ ਜਿਹੜਾ ਉਪਦੇਸ਼ ਹੈ ਹਿੰਦੂ ਲਈ, ਮੁਸਲਮਾਨ ਲਈ, ਸਿੱਖ ਲਈ, ਈਸਾਈ ਲਈ, ਸਭ ਲਈ ਹੈ। ਬ੍ਰਾਹਮਣ ਲਈ, ਖੱਤਰੀ, ਵੈਸ਼ ਲਈ, ਸ਼ੂਦਰ ਲਈ, ਸਭ ਲਈ। ਬਾਣੀ ਨੂੰ ਸਰਬ ਸਾਂਝੀ ਬਾਣੀ ਕਿਹਾ ਹੈ। ਗੁਰੂ ਮਹਾਰਾਜ ਕਦੇ ਕਿਸੇ ਇੱਕ ਬੰਦੇ ਨੂੰ ਉਪਦੇਸ਼ ਨਹੀਂ ਸੀ ਦਿੰਦੇ, ਉਹ ਸਾਰਿਆਂ ਲਈ ਸਾਂਝਾ ਹੁੰਦਾ ਸੀ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਸਾਖੀ ਤੇ ਕਿਸੇ ਇੱਕ ਪ੍ਰਤੀ ਹੁੰਦੀ ਹੈ, ਪਰ ਜਿਹੜੀ ਉਹ ਸਿੱਖਿਆ ਉਹ ਸਾਰੇ ਸੰਸਾਰ ਲਈ ਹੁੰਦੀ ਹੈ। ਕਿਹਾ ਮਨ ਨੂੰ ਹੈ, ਕਿਹਾ ਮਨ ਨੂੰ ਹੈ ਵੀ ਮਨਾ ਗੁਣ ਗੋਬਿੰਦ ਗਾਇਓ ਨਹੀਂ। ਤੂੰ ਪਰਮਾਤਮਾ ਦੇ ਗੁਣ ਹੀ ਨਹੀਂ ਗਾਏ। ਜਨਮ ਅਕਾਰਥ ਕੀਨ, ਤੂੰ ਆਪਣੇ ਜੀਵਨ ਨੂੰ ਵਿਅਰਥ ਗਵਾ ਲਿਆ ਹੈ। ਕਹੋ ਨਾਨਕ ਹਰ ਭਜ ਮਨ, ਜਿਹ ਬਿਦ ਜਲ ਕੋ ਮੀਨ। ਖਿਆਲ ਰੱਖਣਾ, ਜਿਵੇਂ ਕਈ ਵਾਰੀ ਭੋਗ ਪੈ ਰਿਹਾ ਹੁੰਦਾ ਹੈ ਪ੍ਰੋਗਰਾਮ 'ਤੇ ਮੈਂ ਪਹੁੰਚਦਾ, ਕਈ ਪਾਠੀ ਜਿਹ ਨੂੰ ਜੈ ਪੜ੍ਹ ਰਹੇ ਹੁੰਦੇ ਨੇ। ਉਹ ਪੜ੍ਹ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਜਹ ਬਿਦ ਜਲ ਕੋ ਮੀਨ। ਬਾਣੀ ਬੜੇ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ। ਜੱਜੇ ਨੂੰ ਸਿਹਾਰੀ ਲੱਗੀ, ਦਲਾਵਾਂ ਨਹੀਂ ਲੱਗੀਆਂ ਹੋਈਆਂ। ਜੱਜੇ ਨੂੰ ਸਿਹਾਰੀ ਲੱਗੀ ਹੈ, ਸਿਹਾਰੀ ਦੀ ਆਵਾਜ਼ ਕੱਢਣੀ ਹੈ। ਜੇ ਪਾਠੀ ਨੂੰ ਪੁੱਛੋ ਈੜੀ ਨੂੰ ਸਿਹਾਰੀ ਆ ਹਾ ਹਾ ਕੀ ਹੁੰਦਾ, ਇਹ ਸਾਰੇ ਕਹਿਣਗੇ ਇਹ। ਜਿਹਨੂੰ ਪੁੱਛੋ ਜੱਜੇ ਨੂੰ ਸਿਹਾਰੀ ਹਾ ਹਾ ਕੀ ਹੁੰਦਾ, ਕਹਿਣਗੇ ਜੈ। ਵੀ ਹੁਣ ਸਿਹਾਰੀ ਦਲਾਵਾਂ ਕਿਵੇਂ ਹੋ ਗਈ? ਜਿਵੇਂ ਕਿਸੇ ਨੂੰ ਕਹੋ ਹਾਹੇ ਨੂੰ ਦਲਾਵਾਂ ਕੀ ਹੁੰਦਾ, ਸਾਰੇ ਕਹਿਣਗੇ ਹੈ। ਸਾਰੇ ਕਹਿਣਗੇ ਨਾ। ਜਿਹਨੂੰ ਕਹੋ ਕੱਕਾ ਹਾਹੇ ਨੂੰ ਦਲਾਵਾਂ ਕੀ ਹੁੰਦਾ, ਤੇ ਫਿਰ 95% ਕਹਿਣਗੇ ਕਹੇ। ਉਹਨੂੰ ਪੁੱਛੇ ਭਲਿਓ ਮਾਨਸੋ, ਹੁਣ ਹੈ ਤਾਂ ਹੈ ਕਿਵੇਂ ਹੋ ਗਿਆ ਬਈ?
ਹੈ ਤਾਂ ਹੈ ਹੀ ਹੈ, ਦਿਲਾਵਾਂ ਤੇ ਦਿਲਾਵਾਂ ਹੀ ਨੇ। ਹਾਹੇ ਨੂੰ ਦਿਲਾਵਾਂ ਹੈ ਤੇ ਅੱਗੇ ਲੱਗੇ ਕੱਕਾ, ਕੱਕਾ ਹਾਹੇ ਨੂੰ ਦਿਲਾਵਾਂ ਕਹੈ। ਬੋਲਣਾ ਕੀ ਹੈ? ਕਹੈ। 95% ਕਹੇ ਬੋਲ ਰਹੇ ਹੁੰਦੇ ਨੇ। ਇਸ ਦਾ ਮਤਲਬ ਅਸੀਂ ਬਾਣੀ ਨੂੰ ਧਿਆਨ ਨਾਲ ਨਹੀਂ ਪੜ੍ਹਦੇ, ਸਾਵਧਾਨ ਇਕਾਗਰ ਚੀਤ ਹੋ ਕੇ ਪੜ੍ਹਨਾ, ਗੁਰੂ ਦੇ ਭੈ 'ਚ ਰਹਿ ਕੇ ਪੜ੍ਹਨੀ, ਗੁਰੂ ਦਾ ਭੈ ਮੰਨਣਾ ਵੀ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠਾ, ਮੈਂ ਗੁਰੂ ਮਹਾਰਾਜ ਦੀ ਤਾਬੇ 'ਚ ਬੈਠਾ, ਜਾਂ ਮੇਰੇ ਹੱਥ 'ਚ ਗੁਟਕਾ ਹੈ। ਗੁਰੂ ਮਹਾਰਾਜ ਦੇ ਭੈ 'ਚ ਰਹਿ ਕੇ ਬਾਣੀ ਪੜ੍ਹਨੀ ਹੈ। ਕਈ ਵਾਰੀ ਮੈਂ ਦੇਖਿਆ ਬਾਣੀ ਪੜ੍ਹਦਿਆਂ ਊਲ ਜਲੂਲ ਖਿਆਲ ਆ ਜਾਂਦੇ, ਕਈ ਵਾਰੀ ਮਨ ਬੜਾ ਖਰਾਬ ਹੁੰਦਾ ਕਿ ਕਿੰਨਾ ਪਵਿੱਤਰ ਕੰਮ ਹੋ ਰਿਹਾ ਤੇ ਵਿੱਚ ਕੀ ਖਿਆਲ ਆ ਗਿਆ ਹੈ। ਅਸੀਂ ਕੋਸ਼ਿਸ਼ ਕਰਨੀ ਹੈ, ਅਗਰ ਉਹ ਖਿਆਲ ਕਿਸੇ ਕਾਰਨ ਨਹੀਂ ਰੁਕਦੇ ਤੇ ਫਿਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਮੈਂ ਤੁਹਾਡੀ ਪਵਿੱਤਰ ਬਾਣੀ ਪੜ੍ਹ ਰਿਹਾ, ਆ ਵਿੱਚ ਅਪਵਿੱਤਰ ਖਿਆਲ ਆ ਜਾਂਦਾ ਹੈ, ਇਹ ਨਹੀਂ ਆਉਣਾ ਚਾਹੀਦਾ, ਮੇਰਾ ਮਨ ਖਰਾਬ ਹੁੰਦਾ। ਕਿਉਂ? ਤੁਸੀਂ ਜਾਣੀ ਜਾਣ ਹੋ, ਤੁਸੀਂ ਬਾਣੀ ਦੇ ਵਿੱਚ ਬੈਠੇ ਹੋ, ਤੁਸੀਂ ਮੈਨੂੰ ਵੀ ਵੇਖ ਰਹੇ ਹੋ, ਜੋ ਮੈਂ ਬੋਲ ਰਿਹਾ ਉਹਨੂੰ ਤੁਸੀਂ ਸੁਣ ਰਹੇ ਹੋ, ਜੋ ਮੇਰੇ ਮਨ 'ਚ ਖਿਆਲ ਹੈ ਉਸ ਨੂੰ ਤੁਸੀਂ ਜਾਣਦੇ ਹੋ। ਪਵਿੱਤਰ ਬਾਣੀ ਪੜ੍ਹਦਿਆਂ ਹੋਇਆਂ ਅਪਵਿੱਤਰ ਖਿਆਲ ਆ ਗਿਆ ਹੈ, ਮੇਰੇ 'ਤੇ ਕਿਰਪਾ ਕਰੋ, ਇਸ ਤਰ੍ਹਾਂ ਦਾ ਖਿਆਲ ਨਾ ਆਉਣ। ਭੈ 'ਚ ਰਹਿਣਾ ਗੁਰੂ ਮਹਾਰਾਜ ਦੇ। ਜਦੋਂ ਅਸੀਂ ਭੈ ਭਾਵਨੀ ਨਾਲ ਪੜ੍ਹਾਂਗੇ ਫਿਰ ਸਾਵਧਾਨ ਹੋ ਜਾਵਾਂਗੇ, ਅਤੇ ਜਦੋਂ ਸਾਵਧਾਨ ਹੋ ਜਾਏ ਫਿਰ ਜੱਜੇ ਨੂੰ ਸਿਆਰੀ ਹਾ ਜੇ ਹੀ ਪੜ੍ਹਾਂਗੇ, ਫਿਰ ਜੈ ਨਹੀਂ ਪੜ੍ਹਾਂਗੇ, ਫਿਰ ਜੇ। ਕਹੋ ਨਾਨਕ ਹਰ ਭਜ ਮਨਾ, ਜਿਹੇ ਬਿਦ ਜਲ ਕੋ ਮੀਨ। ਬਿਦ ਹਿੰਦੀ ਕਹਿੰਦੇ ਵਿਧੀ, ਢੰਗ, ਤਰੀਕਾ। ਜਲ ਪਾਣੀ, ਮੀਨ ਮੱਛੀ ਨੂੰ ਕਹਿੰਦੇ ਨੇ। ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਮੱਛੀ ਨੂੰ ਮਾਰਨ ਦੀ ਲੋੜ ਨਹੀਂ, ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਰੱਖ ਦਿਓ ਸੁੱਕੀ ਥਾਂ 'ਤੇ, ਉਹ ਆਪੇ ਹੀ 2-4 ਮਿੰਟਾਂ ਤੜਫ ਕੇ ਮਰ ਜਾਏਗੀ, ਕਿਉਂਕਿ ਉਹ ਪਾਣੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ। ਪਾਣੀ ਹੀ ਉਹਦਾ ਜੀਵਨ ਹੈ, ਉਹ ਪਾਣੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ। ਇਸ ਤਰ੍ਹਾਂ ਜਿਹੜੇ ਲੋਕ ਭਗਤ ਬਣਦੇ ਨੇ, ਸੰਤ ਮਹਾਤਮਾ ਬਣਦੇ ਨੇ, ਮੈਂ ਦੇਖਿਆ ਉਹਨਾਂ ਨਾਲ ਰਹਿ ਕੇ, ਮੈਂ ਉਹਨਾਂ ਦੇ ਜੀਵਨ ਪੜ੍ਹੇ ਨੇ, ਉਹ ਨਾਮ ਜਪੇ ਬਿਨਾਂ ਨਹੀਂ ਰਹਿ ਸਕਦੇ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਸੰਤ ਮਹਾਤਮਾ ਭਗਤ ਭਜਨ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦੇ। ਤੇ ਮਨ ਨੂੰ ਕਹਿ, ਹੇ ਮਨਾ ਹਰ ਭਜ ਮਨਾ, ਹੇ ਮਨਾ ਤੂੰ ਪਰਮਾਤਮਾ ਦਾ ਭਜਨ ਕਰ। ਕਿਸ ਤਰ੍ਹਾਂ? ਜਿਹੇ ਬਿਦ, ਜਿਸ ਤਰੀਕੇ ਨਾਲ ਜਲ ਕੋ ਮੀਨ, ਪਾਣੀ ਨੂੰ ਮੱਛੀ ਯਾਦ ਕਰਦੀ ਹੈ, ਜਿਸ ਤਰੀਕੇ ਨਾਲ ਮੱਛੀ ਪਾਣੀ ਨੂੰ ਯਾਦ ਕਰਦੀ ਰਹਿੰਦੀ ਹੈ ਨਾ, ਉਸ ਤਰੀਕੇ ਨਾਲ ਤੂੰ ਵੀ ਪਰਮਾਤਮਾ ਨੂੰ ਯਾਦ ਕਰਦਾ ਰਿਹਾ ਕਰ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਤੂੰ ਵੀ ਸਿਮਰਨ ਤੋਂ ਬਿਨਾਂ ਨਹੀਂ ਰਹਿਣਾ, ਤੂੰ ਵੀ ਸਿਮਰਨ ਤੋਂ ਬਿਨਾਂ ਨਹੀਂ ਰਹਿਣਾ, ਤੂੰ ਵੀ ਸਿਮਰਨ ਕਰਦੇ ਰਹਿਣਾ ਹੈ। ਉਦਾਹਰਨ ਦਿੱਤੀ ਹੈ, ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣਗੇ। ਲਾਈਨ ਦੀ ਕੋਈ ਬੜੀ ਹੈ, ਅਗਰ ਕਿਤੇ ਅਮਲ ਕਰ ਲਿਆ ਜਾਵੇ ਤਾਂ ਪਹਿਲੀ ਪੰਕਤੀ ਹੀ ਬਹੁਤ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕੋ ਨਾਨਕ ਹਰ ਭਜ ਮਨਾ, ਜਿਹੇ ਬਿਦ ਜਲ ਕੋ ਮੀਨ। ਇੱਕੋ ਪੰਕਤੀ ਹੀ ਬਹੁਤ ਹੈ ਅਗਰ ਜ਼ਿੰਦਗੀ 'ਚ ਅਪਣਾ ਲਈ ਜਾਵੇ। ਗੱਲ ਪੰਕਤੀਆਂ ਪੜ੍ਹਨ ਦੀ ਨਹੀਂ, ਗੱਲ ਤੇ ਅਪਣਾਉਣ ਦੀ ਹੈ। ਗੱਲ ਅਪਣਾਉਣ ਦੀ ਹੈ ਕਿ ਕੀ ਅਸੀਂ ਇਸ ਸਿੱਖਿਆ ਨੂੰ ਆਪਣੀ ਜ਼ਿੰਦਗੀ 'ਚ ਅਪਣਾ ਲਿਆ? ਕੀ ਕੱਲ੍ਹ ਤੋਂ ਵਾਕਿਆ ਹੀ ਅਸੀਂ ਜ਼ੋਰ ਸ਼ੋਰ ਨਾਲ ਭਜਨ ਬੰਦਗੀ ਸ਼ੁਰੂ ਕਰ ਦਿੱਤੀ ਹੈ?
ਜੋਸ਼ ਤਾਂ ਹੀ ਰਹੇਗਾ ਜੇ ਤੁਹਾਨੂੰ ਇਹ ਲਾਈਨ ਵੀ ਹਮੇਸ਼ਾ ਯਾਦ ਰਹੇਗੀ, ਨਹੀਂ ਤੇ ਜੋਸ਼ ਕੁਝ ਦਿਨਾਂ ਬਾਅਦ ਠੰਡਾ ਪੈ ਜਾਏਗਾ। ਇਹ ਪੰਕਤੀ ਯਾਦ ਰਹੇਗੀ ਤਾਂ ਜਾ ਕੇ ਗੱਲ ਬਣੇਗੀ। ਕਹੋ ਨਾਨਕ ਹਰ ਭਜ ਮਨਾ, ਹੇ ਮਨਾ ਤੂੰ ਪਰਮਾਤਮਾ ਦਾ ਭਜਨ ਕਰ। ਉਦਾਹਰਨ ਦਿੱਤੀ ਕਿਵੇਂ, ਜਿਹੇ ਵਿਧ ਜਿਸ ਤਰੀਕੇ ਨਾਲ ਜਲ ਕੋ ਮੀਨ ਪਾਣੀ ਨੂੰ ਮੱਛੀ ਯਾਦ ਕਰਦੀ ਹੈ। ਜਿਵੇਂ ਮੱਛੀ ਪਾਣੀ ਨੂੰ ਯਾਦ ਕਰਦੀ ਹੈ, ਬਾਹਰ ਕੱਢ ਕੇ ਦੇਖੋ ਜਰਾ ਉਹਨੂੰ ਪਾਣੀ ਤੋਂ। ਮੱਛੀ ਨੂੰ ਪਾਣੀ ਤੋਂ 1 ਸੈਕਿੰਡ ਲਈ ਬਾਹਰ ਕੱਢ ਕੇ ਵੇਖੋ, ਉਹਦਾ ਕੀ ਹਾਲ ਹੁੰਦਾ ਹੈ। ਉਹ ਪਾਣੀ 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 ਕਹਿੰਦੀ ਕਹਿੰਦੀ ਤੜਫ ਕੇ ਮਰ ਜਾਏਗੀ, ਕਿ ਉਹ ਪਾਣੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ। ਉਹ ਪਾਣੀ ਨੂੰ ਹੀ ਯਾਦ ਕਰਦੀ ਰਹੇਗੀ। ਇਸ ਲਈ ਪਰਮਾਤਮਾ ਦੀ ਪ੍ਰਾਪਤੀ ਵੀ ਉਦੋਂ ਹੀ ਹੋਣੀ ਹੈ ਜਦੋਂ ਅਸੀਂ ਸਿਮਰਨ ਤੋਂ ਬਿਨਾਂ ਰਹਿ ਹੀ ਨਾ ਸਕੇ। ਜਦੋਂ ਅਸੀਂ ਸਿਮਰਨ ਤੋਂ ਭਜਨ ਬੰਦਗੀ ਤੋਂ ਬਿਨਾਂ ਨਾ ਰਹਿ ਸਕੇ, ਉਸ ਤੋਂ ਬਾਅਦ ਸਾਡੀ ਕਿਸੇ ਵੇਲੇ ਵੀ ਗੱਲ ਬਣ ਸਕਦੀ ਹੈ। ਅੱਗੇ ਕਹਿੰਦੇ, ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਹੇ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰੈ ਨ ਜਮ ਕੀ ਫਾਂਸ। ਬਿਖਿਆਨ ਵਿਸ਼ੇ ਵਿਕਾਰ, ਬੁਰਾਈਆਂ। ਬਿਖਿਆਨ ਵਿਸ਼ੇ ਵਿਕਾਰ, ਬੁਰਾਈਆਂ ਨੂੰ ਬਿਖਿਆਨ ਕਹਿੰਦੇ। ਮਨ ਨੂੰ ਕਹਿੰਦੇ, ਹੇ ਮਨਾ ਬਿਖਿਆਨ ਸਿਉ ਕਾਹੇ ਰਚਿਓ, ਤੂੰ ਵਿਸ਼ੇ ਵਿਕਾਰਾਂ ਵਿੱਚ ਹੀ ਕਿਉਂ ਲੱਗਾ ਹੋਇਆ ਹੈ। ਤੂੰ ਬੁਰਾਈਆਂ ਦੇ ਵਿੱਚ ਹੀ ਕਿਉਂ ਲੱਗਾ ਹੋਇਆ ਹੈ। ਨਿਮਖ ਨਾ ਹੋਹੇ ਉਦਾਸ, ਇਹਨੂੰ ਹੋਹੇ ਬੋਲਣਾ, ਕਿਉਂਕਿ ਮਨ ਨੂੰ ਕਿਹਾ ਤੂੰ, ਇੱਥੇ ਤੂੰ ਦੀ ਭਾਵਨਾ ਹੈ। ਜਦੋਂ ਤੂੰ ਦੀ ਭਾਵਨਾ ਹੁੰਦੀ ਹੈ, ਜਿਹੜੀ ਕਿਰਿਆ ਹੈ ਉਹ ਨੱਕ ਨਹੀਂ ਬੋਲੀ ਜਾਂਦੀ ਹੈ। ਇਹਨੂੰ ਹੋਹੇ ਨਹੀਂ ਬੋਲਣਾ, ਹੋਹੇ। ਨਿਮਖ ਨਾ ਹੋਹੇ ਉਦਾਸ। ਨਿਮਖ ਹੁੰਦਾ ਅੱਖ ਝਪਕਣ ਜਿੰਨਾ ਸਮਾਂ, ਅੱਖ ਖੋਲ੍ਹੀ ਅਤੇ ਬੰਦ ਕੀਤੀ, ਇੰਨੇ ਸਮੇਂ ਨੂੰ ਕਹਿੰਦੇ ਨਿਮਖ, ਜਿਹਨੂੰ ਇੰਗਲਿਸ਼ ਕਹਿੰਦੇ ਨੇ ਸੈਕਿੰਡ, ਸਕਿੰਟ। ਤੂੰ 1 ਸੈਕਿੰਡ ਲਈ ਵੀ ਇਹ ਵਿਸ਼ੇ ਵਿਕਾਰਾਂ ਤੋਂ ਉਦਾਸ ਨਹੀਂ ਹੁੰਦਾ, ਭਾਵ ਇਹਨਾਂ ਦਾ ਮੋਹ ਨਹੀਂ ਛੱਡਦਾ। ਉਦਾਸ ਕਿਹਨੂੰ ਕਹਿੰਦੇ ਨੇ? ਜਿਹਦਾ ਸੰਸਾਰਕ ਚੀਜ਼ਾਂ 'ਚ ਮੋਹ ਖਤਮ ਹੋ ਜਾਏ। ਕਹਿੰਦੇ ਇਹ ਉਦਾਸੀ ਸਾਧੂ ਹੈ। ਨਿਰਾ ਘਰ-ਬਾਰ ਛੱਡਣ ਨਾਲ ਉਦਾਸੀ ਸਾਧੂ ਨਹੀਂ ਹੋ ਜਾਂਦਾ, ਮੋਹ ਤਿਆਗਣ ਨਾਲ ਹੁੰਦਾ ਹੈ। ਸਿੱਖ ਨੂੰ ਹੁਕਮ ਤੂੰ ਪਰਿਵਾਰ 'ਚ ਹੀ ਰਹਿ, ਬਸ ਮੋਹ ਛੱਡ ਦੇ। ਤੈਨੂੰ ਘਰ ਛੱਡਣ ਦੀ ਲੋੜ ਨਹੀਂ, ਤੈਨੂੰ ਪਰਿਵਾਰ ਛੱਡਣ ਦੀ ਲੋੜ ਨਹੀਂ, ਤੈਨੂੰ ਮਾਇਆ ਤਿਆਗਣ ਦੀ ਲੋੜ ਨਹੀਂ, ਤੂੰ ਸਿਰਫ ਮੋਹ ਛੱਡ ਦੇ। ਆ ਜਿੰਨੀਆਂ ਬੁਰਾਈਆਂ ਨੇ ਸਾਰੀਆਂ ਮੋਹ 'ਚੋਂ ਨਿਕਲਦੀਆਂ ਨੇ। ਮਾਇਆ ਨਾਲ ਮੋਹ ਹੈ, ਚੋਰੀ ਹੋਏਗੀ, ਡਾਕੇ ਹੋਣਗੇ, ਠੱਗੀਆਂ ਹੋਣਗੀਆਂ, ਮਿਲਾਵਟਾਂ ਹੋਣਗੀਆਂ, ਧੋਖਾਧੜੀ ਹੋਏਗੀ, ਲੁੱਟਾਂ ਖੋਹਾਂ ਹੋਣਗੀਆਂ, ਰਿਸ਼ਵਤਾਂ ਹੋਣਗੀਆਂ, ਮਕਾਨ ਦੱਬੇ ਜਾਣਗੇ, ਪਲਾਟ ਦੱਬੇ ਜਾਣਗੇ, ਪੈਸੇ ਲੈ ਕੇ ਮੁੱਕਰਿਆ ਜਾਏਗਾ। ਕਿਉਂ? ਮਾਇਆ ਨਾਲ ਮੋਹ ਹੈ। ਸਿੱਖ ਨੇ ਮੋਹ ਛੱਡਣਾ, ਚੀਜ਼ ਨਹੀਂ ਛੱਡਣੀ, ਮਾਇਆ ਨਹੀਂ ਛੱਡਣੀ, ਪਰਿਵਾਰ ਨਹੀਂ ਛੱਡਣਾ, ਘਰ-ਬਾਰ ਨਹੀਂ ਛੱਡਣਾ, ਮੋਹ ਛੱਡਣਾ। ਕਿਉਂਕਿ ਮੋਹ ਦੇ ਅਧੀਨ ਆ ਕੇ ਹੀ ਬੰਦਾ ਗਲਤ ਕੰਮ ਕਰਦਾ। ਜੇ ਮੋਹ ਹੀ ਨਹੀਂ, ਫਿਰ ਗਲਤ ਕੰਮ ਕਾਹਦੇ ਲਈ ਕਰਨਾ ਜੀ? ਮੋਹ ਹੀ ਨਹੀਂ, ਮੋਹ ਹੀ ਗਲਤ ਕੰਮ ਮਨੁੱਖ ਤੋਂ ਕਰਾਉਂਦਾ ਹੈ। ਇਹ ਉਦਾਸ ਦਾ ਮਤਲਬ ਜਿਹੜਾ ਮੋਹ ਤੋਂ ਰਹਿਤ ਹੋ ਜਾਵੇ। ਤੂੰ 1 ਸੈਕਿੰਡ ਲਈ ਵੀ ਮੋਹ ਤੋਂ ਰਹਿਤ ਨਹੀਂ ਹੁੰਦਾ, ਇਹ ਵਿਸ਼ੇ ਵਿਕਾਰਾਂ ਤੋਂ ਰਹਿਤ ਨਹੀਂ ਹੁੰਦਾ, ਤੂੰ ਇਹਨਾਂ 'ਚ ਹੀ ਲੱਗਾ ਰਹਿੰਦਾ ਹੈ। ਕਹੋ ਨਾਨਕ ਭਜ ਹਰ ਮਨਾ। ਗੁਰੂ ਮਹਾਰਾਜ ਕਹਿੰਦੇ, ਹੇ ਮਨਾ ਤੂੰ ਪਰਮਾਤਮਾ ਦਾ ਭਜਨ ਕਰ,
ਪਰੈ ਨਾ ਜਮ ਕੀ ਫਾਂਸ, ਫਾਂਸ ਫਾਂਸੀ ਨੂੰ ਕਹਿੰਦੇ ਨੇ, ਫਾਹੀ ਜਿਹਨੂੰ ਕਹਿੰਦੇ। ਫਾਂਸ ਹਿੰਦੀ ਦਾ ਸ਼ਬਦ ਹੈ, ਫਾਂਸ ਮੈਨੇ ਫਾਹੀ, ਫਾਂਸੀ। ਪਰੈ ਨਾ ਜਮ ਕੀ ਫਾਂਸ, ਕਿਉਂਕਿ ਜਿਹੜੇ ਜਮ ਨੇ ਜਦੋਂ ਕਿਸੇ ਨੂੰ ਲੈਣ ਆਉਂਦੇ ਨੇ, ਗੁਰਬਾਣੀ 'ਚ ਲਿਖਿਆ ਸੰਗਲ ਜਾਂ ਤਾਂ ਉਹਨਾਂ ਕੋਲ ਹੁੰਦਾ ਜਾਂ ਰੱਸਾ ਹੁੰਦਾ, ਉਹ ਗਲ 'ਚ ਪਾ ਲੈਂਦੇ ਨੇ ਤੇ ਅੱਗੇ ਲਾ ਲੈ, ਚੱਲ ਵੀ ਸਜਣਾ। ਕਹਿੰਦੇ ਜੇ ਤੂੰ ਭਜਨ ਬੰਦਗੀ ਕਰੇਗਾ ਨਾ, ਜਮਾਂ ਦੀ ਫਾਹੀ ਤੇਰੇ ਗਲ 'ਚ ਨਹੀਂ ਪਵੇਗੀ। ਪਰੈ ਨ ਜਮ ਕੀ ਫਾਂਸ, ਜਮਾਂ ਦੀ ਫਾਹੀ ਤੇਰੇ ਗਲ 'ਚ ਨਹੀਂ ਪਵੇਗੀ। ਇਸ ਲਈ ਨਾਮ ਜਪ ਲੈ। ਕਹਿੰਦੇ ਇਹ ਵਿਸ਼ੇ ਵਿਕਾਰ ਛੱਡ ਦੇ, ਤੂੰ ਇਹਨਾਂ 'ਚ ਹੀ ਲੱਗਾ ਹੋਇਆ, ਤੂੰ ਇੱਕ ਸੈਕਿੰਡ ਲਈ ਵੀ ਇਹ ਵਿਸ਼ੇ ਵਿਕਾਰਾਂ ਤੋਂ ਰਹਿਤ ਨਹੀਂ ਹੁੰਦਾ, ਤੇਰਾ ਇਹਨਾਂ ਨਾਲ ਮੋਹ ਨਹੀਂ ਟੁੱਟ ਰਿਹਾ ਹੈ, ਤੂੰ ਅੰਦਰ ਉਦਾਸ ਨਹੀਂ ਹੁੰਦਾ। ਕਹਿੰਦੇ ਤੂੰ ਨਾਮ ਜਪ, ਇਹ ਛੱਡ ਦੇ ਕੰਮ, ਨਾਮ ਜਪ, ਫਿਰ ਤੈਨੂੰ ਜਮਾਂ ਦੀ ਫਾਹੀ ਨਹੀਂ ਪਏਗੀ। ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰ ਮਨ, ਔਦ ਜਾਤ ਹੈ ਬੀਤ। ਤਰਨਾਪੋ ਜਵਾਨੀ ਨੂੰ ਕਹਿੰਦੇ ਨੇ, ਜਰਾ ਬੁਢਾਪੇ ਨੂੰ ਕਹਿੰਦੇ ਨੇ। ਤਰਨਾਪੋ ਇਉਂ ਹੀ ਗਇਓ, ਜਵਾਨੀ ਉਂਝ ਹੀ ਬਤਾਤੀ ਹੈ, ਨਾਮ ਜਪੇ ਨਹੀਂ, ਹੋਰ ਹੋਰ ਕੰਮਾਂ 'ਚ ਲੱਗ ਕੇ ਜਵਾਨੀ ਲੰਘਾਤੀ। ਲਿਓ ਜਰਾ ਤਨ ਜੀਤ, ਹੁਣ ਬੁਢਾਪੇ ਨੇ ਇਸ ਸਰੀਰ ਨੂੰ ਜਿੱਤ ਲਿਆ ਹੈ, ਭਾਵ ਹੁਣ ਬੁਢਾਪਾ ਆ ਗਿਆ ਹੈ। ਜਿਹੜਾ ਅਸਲ ਸਮਾਂ ਹੁੰਦਾ ਹੈ ਭਜਨ ਬੰਦਗੀ ਦਾ, ਉਹ ਜਵਾਨੀ ਹੁੰਦੀ ਹੈ। ਅਗਰ ਜਿਹੜਾ ਜਵਾਨੀ 'ਚ ਭਜਨ ਬੰਦਗੀ ਕਰਦਾ ਰਹਿੰਦਾ, ਉਹ ਬੁਢਾਪੇ 'ਚ ਵੀ ਕਰਦਾ ਰਹਿੰਦਾ। ਜਿਨ੍ਹਾਂ ਜਵਾਨੀ 'ਚ ਨਹੀਂ ਕੀਤੀ, ਬੁਢਾਪੇ 'ਚ ਬਹੁਤ ਘੱਟ ਕਰਦੇ ਨੇ। ਕਰਦੇ ਤਾਂ ਹਨ ਪਰ ਬਹੁਤ ਘੱਟ ਕਰਦੇ ਨੇ। ਫਿਰ ਕਿਉਂ? ਬੁਢਾਪਾ ਆ ਗਿਆ ਹੈ, ਕਦੇ ਧੌਣ ਦੁਖਦੀ ਹੈ, ਕਦੇ ਮੋਢੇ ਦੁਖਦੇ ਨੇ, ਕਦੇ ਲੱਕ ਦੁਖਦਾ ਹੈ, ਕਦੇ ਗੋਡੇ ਦੁਖਦੇ ਨੇ, ਕਿਸੇ ਦੀ ਸ਼ੂਗਰ ਵੱਧ ਗਈ ਹੈ, ਕਿਸੇ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਨੇ, ਕਿਸੇ ਦਾ ਬਲੱਡ ਪ੍ਰੈਸ਼ਰ ਹਾਈ ਜਾਂ ਲੋ ਹੋ ਜਾਂਦਾ ਹੈ। ਭਜਨ ਬੰਦਗੀ ਕਰਨੀ ਔਖੀ। ਜੋ ਕੰਮ ਤੰਦਰੁਸਤੀ 'ਚ ਹੋ ਸਕਦਾ, ਬਿਮਾਰੀ 'ਚ ਨਹੀਂ ਹੋ ਸਕਦਾ। ਬਦਕਿਸਮਤੀ ਮਨੁੱਖ ਦੀ ਇਹ ਹੈ ਕਿ ਜਦੋਂ ਤੰਦਰੁਸਤ ਹੁੰਦਾ, ਸਾਰੇ ਮਾੜੇ ਕੰਮ ਉਦੋਂ ਹੀ ਕਰਦਾ ਹੈ। ਬਿਮਾਰ ਬੰਦਾ ਕੀ ਮਾੜੇ ਕੰਮ ਕਰੇਗਾ? ਤੰਦਰੁਸਤ ਹੀ ਮਾੜੇ ਕੰਮ ਕਰਦਾ। ਤੰਦਰੁਸਤੀ ਮਿਲੀ ਸੀ, ਕੋਈ ਚੱਜ ਦਾ ਕੰਮ ਕਰ ਜਾ, ਤੂੰ ਕੋਈ ਮਿਹਨਤ ਕਰ ਲੈ, ਕਿਸੇ ਪਦਵੀ 'ਤੇ ਪਹੁੰਚ, ਤੂੰ ਨਾਮ ਜਪ ਲੈ, ਬਾਣੀ ਪੜ੍ਹ ਲੈ, ਤੇਰੇ ਕੋਲ ਐਨਰਜੀ ਹੈ, ਸ਼ਕਤੀ ਹੁੰਦੀ ਸਰੀਰ 'ਚ। 16 ਸਾਲ ਤੋਂ ਲੈ ਕੇ 30 ਸਾਲ ਤੱਕ ਬਹੁਤ ਐਨਰਜੀ ਹੁੰਦੀ ਸਰੀਰ 'ਚ। ਫਿਰ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ। 40 ਤੋਂ ਬਾਅਦ ਫਿਰ ਘਟਣੀ ਸ਼ੁਰੂ ਹੋ ਜਾਂਦੀ ਹੈ। 50 ਤੱਕ ਦਾ ਪੱਗ ਖਿਸੇ, ਚੱਜ ਨਾਲ ਤੁਰ ਨਹੀਂ ਹੁੰਦਾ। 60 ਕਾ ਬੁਢੇਪਾ ਆਵੇ, 60 ਸਾਲ ਦਾ ਫਿਰ ਬੁੜਾ ਹੁੰਦਾ। 70 ਕਾ ਮਤਹੀਣ, 70 ਦਾ ਭੁੱਲਣਾ ਸ਼ੁਰੂ ਹੋ ਜਾਂਦਾ ਹੈ, ਭੁਲੱਕੜ ਹੋ ਜਾਂਦਾ ਬੰਦਾ। ਉਹਨੂੰ ਯਾਦ ਹੀ ਨਹੀਂ ਰਹਿੰਦਾ ਵੀ ਮੈਂ ਹੁਣੇ ਆਹ ਗੱਲ ਕਹੀ ਹੈ, ਭੁਲੱਕੜ ਹੋ ਜਾਂਦਾ। ਪਹਿਲਾਂ ਮੈਨੂੰ ਪਤਾ ਨਹੀਂ ਸੀ ਛੋਟੇ ਹੁੰਦਿਆਂ ਵੀ ਇਹ ਵੀ ਹਾਲਤ ਬੁਢਾਪੇ 'ਚ ਹੁੰਦੀ ਹੈ। ਪਿਤਾ ਜੀ ਬਜ਼ੁਰਗ ਹੋ ਗਏ, ਮੋਢੇ 'ਤੇ ਕਛਹਿਰਾ, ਲੱਭ ਰਹੇ ਕਛਹਿਰਾ। ਕਈ ਵਾਰ ਮੈਂ ਮਨ 'ਚ ਹੱਸੀ ਜਾਣਾ, ਜਦੋਂ ਨੇ ਪੂਰਾ ਖਿੱਚ ਜਾਣਾ, ਮੈਂ ਬਾਪੂ ਜੀ ਕਛਹਿਰਾ ਤਾਂ ਤੁਹਾਡੇ ਮੋਢੇ 'ਤੇ ਹੈ, ਅਤੇ ਉਹਨੂੰ ਦੇਖਣਾ ਉਹ ਸੜ ਜਾਣਾ, ਮੈਂ ਐਵੇਂ ਲੱਭੀ ਜਾਣਾ ਅਤੇ ਮੇਰੇ ਮੋਢੇ 'ਤੇ ਹੀ। ਅਤੇ ਫਿਰ ਮੈਨੂੰ ਕਹਾਵਤ ਯਾਦ ਆਉਣੀ, ਕੁੱਛੜ ਕੁੜੀ ਅਤੇ ਸ਼ਹਿਰ ਢੰਡੋਰਾ।
ਕੁੜੀ ਕੁੱਛੜ ਚੱਕੀ ਹੈ, ਢੰਡੋਰਾ ਪਿੱਟ ਰਿਹਾ ਵੀ ਸਾਡੀ ਕੁੜੀ ਗੁੰਮ ਹੋ ਗਈ ਜੀ, ਕਿਸੇ ਨੂੰ ਲੱਭੇ ਤਾਂ ਦੱਸਿਓ। ਤੇ ਇੱਕ ਕਹਿੰਦਾ ਕੁੜੀ ਤਾਂ ਤੇਰੇ ਮੋਢੇ ਚੁੱਕੀ ਹੋਈ ਹੈ। ਕਹਿੰਦਾ ਅੱਛਾ, ਇਹ ਬੁਢਾਪੇ ਦੀ ਨਿਸ਼ਾਨੀ ਹੈ। 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੇ। 80 ਸਾਲਾਂ ਫਿਰ ਕੰਮ ਕੋਈ ਨਹੀਂ ਕਰ ਸਕਦਾ। 90 ਕਾ ਸੇ ਜਸ ਨਹੀਂ, 90 ਸਾਲਾਂ ਫਿਰ ਮੰਜੇ ਤੇ ਪੈ ਜਾਂਦਾ ਹੈ। ਹੁਣ ਤਾਕਤ ਕੋਈ ਨਹੀਂ ਰਹਿੰਦੀ, ਉੱਠ ਕੇ ਆਪ ਕਿਰਿਆ ਕੋਈ ਨਹੀਂ ਕਰ ਸਕਦਾ ਹੈ। ਕਿਰਿਆ ਵੀ ਦੂਜੇ ਹੀ ਕਰਾਉਂਦੇ ਅਤੇ ਰੋਟੀ ਵੀ ਦੂਜੇ ਹੀ ਖਵਾਉਂਦੇ ਨੇ। ਮੁੱਖ ਪਿਆਓ ਬੈਠ ਕੋ ਦੇਣ, ਫਿਰ ਬੈਠੇ ਬਿਠਾਏ ਮੂੰਹ 'ਚ ਰੋਟੀਆਂ ਪਾਉਂਦੇ, ਬੁਰਕੀਆਂ ਪਾਉਂਦੇ ਨੇ। ਇਸ ਲਈ ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਸਮੇਂ ਦੀ ਇੱਕ ਕੁਸਮੇਂ ਦੀ 100 ਤਾਂ ਹੀ ਕਿ ਸਟਿਚ ਇਨ ਟਾਈਮ ਸੇਵਜ਼ 9 ਕਹਾਵਤ ਨਾ ਅੰਗਰੇਜ਼ੀ। ਵੇਲੇ ਸਿਰੇ ਇੱਕ ਤੋਪਾ ਲਾ ਲਓ, ਤੁਹਾਡੀ ਕਬੀਜ਼ ਉਧੜ ਰਹੀ ਹੈ, ਇੱਕ ਤੋਪੇ ਨਾਲ ਸਰ ਜੇਗਾ। ਜੇ ਲਾਪਰਵਾਹੀ ਕੀਤੀ 9 ਤੋਪੇ ਲਾਣੇ ਪੈਣਗੇ, ਹੋਰ ਉਧੜੀ ਜਾਏਗੀ, ਹੋਰ ਉਧੜੀ ਜਾਏਗੀ। ਤੁਹਾਡੇ ਬੂਹੇ ਇੱਕ ਛੋਟਾ ਜਿਹਾ ਟੋਇਆ ਪੈ ਗਿਆ ਹੈ, ਤੁਸੀਂ ਉਸੇ ਵੇਲੇ ਥੋੜ੍ਹਾ ਜਿਹਾ ਸੀਮੈਂਟ, ਰੇਤਾ, ਬਜਰੀ ਰਲਾਓ ਅਤੇ ਉਸ ਟੋਏ ਨੂੰ ਭਰ ਦਿਓ। ਅਗਰ ਤੁਸੀਂ ਨਹੀਂ ਕਰੋਗੇ, ਟੋਇਆ ਵੱਡਾ ਹੁੰਦਾ ਜਾਏਗਾ, ਵੱਡਾ ਹੁੰਦਾ ਜਾਏਗਾ, ਫਿਰ ਬੋਰੀ ਸੀਮੈਂਟ ਦੀ ਲੱਗੇਗੀ, ਫਿਰ ਬੋਰੀ ਸੀਮੈਂਟ ਦੀ ਲੱਗੇਗੀ। ਕਿੱਥੇ ਪਾਈਆ ਕੁ ਲੱਗਣਾ ਸੀ ਸੀਮੈਂਟ, ਕਿੱਥੇ ਫਿਰ 50 ਕਿਲੋ ਲੱਗੂ। ਉਹ ਸਾਡੀ ਹੀ ਲਾਪਰਵਾਹੀ ਕਾਰਨ ਕਿ ਅਸੀਂ ਵੇਲੇ ਸਿਰ ਟੋਇਆ ਨਹੀਂ ਭਰਿਆ, ਉਹ ਵੱਡਾ ਹੁੰਦਾ ਗਿਆ, ਹੁੰਦਾ ਗਿਆ, ਹੁੰਦਾ ਗਿਆ। ਅਤੇ ਅਸੀਂ ਉਡੀਕ ਕਰਦੇ ਵੀ ਸਰਕਾਰ ਬਣਾਏਗੀ। ਸਰਕਾਰ ਦਾ ਕੰਮ ਹੈ 4.5 ਸਾਲ ਤੁਹਾਨੂੰ ਭੁੱਖੇ ਰੱਖਣਾ ਅਤੇ ਅਖੀਰਲੇ 6 ਮਹੀਨੇ ਤੁਹਾਨੂੰ ਖਾਣ ਨੂੰ ਕੁਝ ਦੇ ਦੇਣਾ। ਜੇ ਮੈਨੂੰ 4.5 ਦਿਨ ਭੁੱਖਾ ਰੱਖੇ ਅਤੇ 5ਵੇਂ ਦਿਨ ਦੁਪਹਿਰ ਤੋਂ ਬਾਅਦ ਕੇ ਲੈ ਲਓ ਬਾਬਾ ਜੀ ਰੋਟੀ ਖਾ ਲਓ। ਇਹ 4.5 ਸਾਲ ਤੁਹਾਡੇ ਕਿਸੇ ਸੜਕ ਨਹੀਂ ਬਣਾਉਣੀ, ਕਿਤੇ ਤੁਸੀਂ ਉਮੀਦ ਰੱਖੋ ਵੀ ਅਸੀਂ ਸਰਕਾਰ ਬਦਲਤੀ ਹੈ, ਬਸ ਸਾਡੀਆਂ ਸੜਕਾਂ ਬਣੀਆਂ ਨਾ। ਆਹ 5 ਸਾਲ ਹੋ ਗਏ ਨਾ, ਬਣ ਗਈ ਤੁਹਾਡੀ ਸੜਕ। ਆਹ ਸਾਡੀ ਗੁਰਦੁਆਰੇ ਅੱਗੇ ਜਿਹੜੀ ਸੜਕ ਹੈ, ਗੋਡੇ ਗੋਡੇ ਟੋਏ ਪਏ ਹੋਏ ਨੇ। ਕਿੰਨੇ ਵਾਰ ਮੈਂ ਮਸੀਹ ਨੂੰ ਕਹਿਤਾ, ਬਸ ਜੀ ਬਜਟ ਪਾਸ ਹੋ ਗਿਆ ਜੀ, ਬਸ ਜੀ ਬਣਨ ਵਾਲੀ ਹੈ ਜੀ, ਬਸ ਜੀ ਕਰਦੇ ਇਹਨਾਂ ਨੇ, ਲੰਘਾ ਦੇਣੇ। ਫਿਰ ਕਹਿੰਦੇ ਹੁਣ ਤਾਂ ਸਰਦੀਆਂ ਆ ਗਈਆਂ ਜੀ, ਉਹ ਠੰਡ 'ਚ ਲੋਕ ਕੰਮ ਨਹੀਂ ਕਰਦੇ ਜੀ, ਅਗਲੇ ਸਾਲ ਬਣਾਵਾਂਗੇ ਜੀ, ਬਸ ਐਂ ਲੰਘਾ ਲੂੰਗਦੇ ਨੇ। ਸਮਾਂ ਹੁੰਦਾ, ਜੇ ਸਮੇਂ ਅਨੁਸਾਰ ਚੀਜ਼ ਬਣਾਈ ਜਾਵੇ ਥੋੜ੍ਹਾ ਖਰਚਾ ਹੁੰਦਾ। ਮੈਂ ਕਿੰਨੀ ਵਾਰੀ ਸੰਗਤ ਨੂੰ ਕਹਿਣਾ ਹੁੰਦਾ ਕਿ ਤੁਸੀਂ ਸਰਕਾਰਾਂ 'ਤੇ ਨਿਰਭਰ ਨਾ ਰਹੋ। ਕਿੰਨਾ ਕੁ ਤੁਹਾਡੇ ਘਰ ਦਾ ਮੱਥਾ ਹੈ, ਵੱਧ ਤੋਂ 40 ਫੁੱਟ ਚੌੜਾ ਹੋਏਗਾ ਤੁਹਾਡਾ ਘਰ, ਅਤੇ 20 ਫੁੱਟ ਦੀ ਵੱਧ ਤੋਂ ਗਲੀ ਸੜਕ ਹੁੰਦੀ ਹੈ। ਉਹ ਵੀ ਸੜਕ ਜਿਹੜੀ ਹੈ 12 ਫੁੱਟ ਹੀ ਹੁੰਦੀ, ਬਾਕੀ 4-4 ਫੁੱਟ 'ਤੇ ਖਾਲੀ ਹੁੰਦੀ ਹੈ। ਅਤੇ ਘਰ ਦੇ ਵਿੱਚ ਥੋੜ੍ਹਾ ਜਿਹਾ ਸੀਮੈਂਟ, ਥੋੜ੍ਹਾ ਜਿਹਾ ਰੇਤਾ, ਥੋੜ੍ਹੀ ਜਿਹੀ ਬਜਰੀ ਰੱਖੋ, ਇੱਕ ਕਰੰਡੀ ਰੱਖੋ ਜਿਹਦੇ ਨਾਲ ਪਾਉਂਦੇ ਨੇ, ਘਰ 'ਚ ਸਮਾਨ ਰੱਖ ਲਓ। ਜਿਉਂ ਹੀ ਟੋਇਆ ਪਿਆ ਹੈ ਉਸੇ ਵੇਲੇ ਤਸਲੇ ਦੇ ਵਿੱਚ ਥੋੜ੍ਹਾ ਜਿਹਾ ਸੀਮੈਂਟ, ਥੋੜ੍ਹਾ ਜਿਹਾ ਰੇਤਾ, ਥੋੜ੍ਹੀ ਜਿਹੀ ਬਜਰੀ ਪਾਓ, ਥੋੜ੍ਹਾ ਵਿੱਚ ਪਾਣੀ ਪਾਓ, ਉਸ ਨੂੰ ਕਰੰਡੀ ਦੇ ਨਾਲ ਉਹਦੇ ਵਿੱਚ ਕਰ ਦਿਓ, ਉੱਤੇ ਬਰਾਬਰ ਕਰ ਦਿਓ, ਬਸ ਟੋਇਆ ਭਰ ਗਿਆ। ਪਰ ਨਹੀਂ ਕਰਦੇ। ਮੈਂ ਕਿੰਨੇ ਵਾਰੀ ਅਤੇ ਕਿੰਨੇ ਸਾਲਾਂ ਤੋਂ ਸੰਗਤ ਨੂੰ ਕਹਿ ਰਿਹਾ, ਨਾ ਨਹੀਂ ਕਰਦੇ, ਵੀ ਕੋਈ ਆਊਗਾ, ਉਡੀਕੀ ਜਾਓ ਫਿਰ ਕੋਈ ਆਏਗਾ। ਤਾਂ ਭਜਨ ਬੰਦਗੀ ਵੀ ਜਦੋਂ ਮੁੰਡਿਆਂ ਨੂੰ ਮੈਂ ਕਹਿਣਾ, ਜੇ ਮੈਂ ਨਾ ਫੌਰਨ ਜਾਣਾ ਜੀ, ਮੈਂ ਲਾ ਪਾਠ ਕਰ, ਮੇਰੀ ਮਾਂ ਪਾਠ ਕਰ ਲੈ ਜੀ, ਮੈਂ ਬਾਹਰ ਮਾਂ ਨੇ ਜਾਣਾ, ਬਾਹਰ ਤੂੰ ਜਾਣਾ। ਤੂੰ ਆਪਣੇ ਫਾਇਦੇ ਲਈ ਪਾਠ ਨਹੀਂ ਕਰ ਰਿਹਾ, ਕੱਲ੍ਹ ਨੂੰ ਤੂੰ ਕਿਸੇ ਦੇ ਫਾਇਦੇ ਲਈ ਕੀ ਕਰੇਂਗਾ? ਤੇਰੇ ਤੋਂ ਕੀ ਉਮੀਦ ਹੋ ਸਕਦੀ ਹੈ ਕਿ ਤੂੰ ਕਿਸੇ ਦਾ ਭਲਾ ਕਰੇਗਾ, ਫਾਇਦਾ ਕਰੇਗਾ? ਤੂੰ ਤਾਂ ਆਪਣੇ ਹੀ ਫਾਇਦਾ ਨਹੀਂ ਕਰ, ਤੂੰ ਆਪਣੇ ਫਾਇਦੇ ਲਈ ਪਾਠ ਕਰਨਾ, ਮੇਰੇ ਲਈ ਤਾਂ ਨਹੀਂ ਕਰਨਾ। ਮਾਂ ਨੇ ਠੇਕਾ ਲੈ ਰੱਖਿਆ ਹੈ ਸਾਰੇ ਟੱਬਰ ਦਾ। ਤੁਸੀਂ ਅਵਾਰਾਗਰਦੀ ਕਰੋ, ਮਾਂ ਤੁਹਾਡੇ ਲਈ ਪਾਠ ਕਰਦੀ ਫਿਰ। ਉਹ ਹਾਲ ਹੈ ਵੀ ਦੂਜਾ ਕਰੇ ਜੀ, ਕੈਨੇਡਾ ਮੈਂ ਚਲਾ ਜਾ, ਪਾਠ ਕੋਈ ਹੋਰ ਕਰਦਾ ਰਹੇ। ਆਪਣੇ ਲਈ ਵੀ ਅਸੀਂ ਕੁਛ ਕਰਨ ਨੂੰ ਤਿਆਰ ਨਹੀਂ।
ਇਹੋ ਜਿਹੇ ਲੋਕਾਂ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਕਿ ਕੱਲ੍ਹ ਨੂੰ ਇਹ ਤੁਹਾਡੀ ਸਹਾਇਤਾ ਕਰਨਗੇ? ਇਹ ਤਾਂ ਆਪਣੀ ਸਹਾਇਤਾ ਆਪ ਹੀ ਨਹੀਂ ਕਰਨ ਨੂੰ ਤਿਆਰ ਹੈਗੇ। ਸੋ ਮਤ ਉਮੀਦਾਂ ਰੱਖੋ ਕਿਸੇ ਤੋਂ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪਣੇ ਕਾਰਜ ਆਪ ਹੀ ਸਵਾਰ ਲਓ, ਉਮੀਦਾਂ ਮਤ ਰੱਖੋ ਕਿਸੇ ਤੋਂ। ਗੁਰੂ ਮਹਾਰਾਜ ਯਾਦ ਕਰਾ ਰਹੇ ਨੇ, ਤਰ ਨਾਪੋ ਇਉਂ ਹੀ ਗਇਓ। ਜਵਾਨੀ ਤੋਂ ਉਂਜੀ ਲੰਘਾਤੀ, ਨਾਮ ਜਪੇ ਹੀ ਨਹੀਂ। ਲਿਓ ਜਰਾ ਤਨ ਜੀਤ, ਬੁਢਾਪੇ ਨੇ ਹੁਣ ਸਰੀਰ ਨੂੰ ਜਿੱਤ ਲਿਆ, ਪਾਵਨ ਬੁਢਾਪਾ ਆ ਗਿਆ ਹੈ। ਕਹੋ ਨਾਨਕ ਭਜ ਹਰ ਮਨਾ। ਹੇ ਮਨਾ, ਕਹਿੰਦੇ ਅਜੇ ਵੀ ਵੇਲੇ ਨਾਮ ਜਪ ਲੈ। ਔਦ ਜਾਤ ਹੈ ਬੀਤ, ਔਦ ਹੁੰਦੀ ਹੈ ਉਮਰ। ਅਵਧ, ਅਵਧ ਤੋਂ ਔਦ ਬਣਿਆ ਹੈ। ਜਾਤ ਮਨੇ ਜਾ ਰਹੀ ਹੈ, ਬੀਤ ਬੀਤ ਰਹੀ ਹੈ। ਕਹਿੰਦੇ ਉਮਰ ਬੀਤ ਰਹੀ ਹੈ। ਹੈ ਮਨਾ, ਨਾਮ ਜਪ ਲੈ, ਤੇਰੀ ਉਮਰ ਬੀਤ ਰਹੀ ਹੈ। ਬੁਢਾਪਾ ਆ ਗਿਆ, ਥੋੜ੍ਹਾ ਸਮਾਂ ਹੀ ਰਹਿ ਗਿਆ ਹੁਣ। ਜਿਵੇਂ 70 ਸਾਲ ਦਾ ਜਦੋਂ ਬੰਦਾ ਟੱਪ ਜਾਏ ਤੇ ਫਿਰ ਉਹ ਮਰੇ ਨਾ, ਰੋਂਦੇ ਨਹੀਂ। ਅਤੇ ਜਿਹੜਾ ਕੋਈ ਗਿਆ ਭਾਈ ਬਥੇਰਾ ਜਿਉਂ ਲਿਆ, ਹੁਣ ਸਦਾ ਤਾਂ ਬੈਠੇ ਨਹੀਂ ਰਹਿਣਾ ਇੱਥੇ, ਜਾਣਾ ਹੀ ਇੱਕ ਦਿਨ, ਐਂ ਕਹਿੰਦੇ ਨਾ। ਅਤੇ ਜੇ ਬੱਚਾ ਮਰ ਜੇ ਤਾਂ ਫਿਰ ਬਹੁਤ ਮਾੜਾ ਹੋਇਆ ਜੀ, ਬੜੇ ਅਫਸੋਸ। ਕਿਉਂ? ਅਜੇ ਉਸ ਤੋਂ ਉਮੀਦ ਸੀ, ਅਜੇ ਉਸ ਤੋਂ ਉਮੀਦ ਸੀ ਵੱਡਾ ਹੋ ਕੇ ਖਟੇਗਾ, ਕਮਾਏਗਾ, ਸਾਨੂੰ ਖੁਆਏਗਾ, ਸਾਡੀ ਸੇਵਾ ਕਰੇਗਾ। ਇਹ ਨਹੀਂ ਪਤਾ ਛਿੱਤਰ ਫੇਰੇਗਾ। ਇਹ ਕੀ ਗਰੰਟੀ ਹੈ? ਇਹ ਕੀ ਗਰੰਟੀ ਕਿ ਤੁਹਾਡਾ ਪੁੱਤਰ ਵੱਡਾ ਹੋ ਕੇ ਤੁਹਾਡੀ ਸੇਵਾ ਕਰੇਗਾ? ਹੋ ਸਕਦਾ ਤੁਹਾਨੂੰ ਕੁੱਟੇ, ਨਸ਼ਈ ਹੋ ਜਾਏ, ਤੁਸੀਂ ਪੈਸੇ ਨਾ ਦਿਓ ਅਤੇ ਤੁਹਾਨੂੰ ਕੁੱਟੇ। ਇੱਕ ਨੇ ਕੁੱਟ ਕੇ ਆਪਣੀ ਮਾਂ ਹੀ ਮਾਰਤੀ ਮੁੰਡੇ ਨੇ, ਨਸ਼ਈ ਸੀ, ਮਾਂ ਨੇ ਪੈਸੇ ਨਹੀਂ ਦਿੱਤੇ, ਕਿੱਥੋਂ ਦੇਈਏ ਰੋਜ਼ ਰੋਜ਼? ਉਹ ਕੁੱਟਦੀ, ਮਾਂ ਮਾਰਤੀ, ਲੈ ਲਾ ਪੈਸੇ। ਮਾਂ ਮਰ ਗਈ, ਮੁੰਡੇ ਨੂੰ ਪੁਲਿਸ ਫੜ ਕੇ ਲੈ ਗਈ। ਕਿੰਨੇ ਚਾਅ ਨਾਲ ਪਾਲਿਆ ਹੋਏਗਾ। ਜਦੋਂ ਪੈਦਾ ਹੋਏਗਾ ਕਿੰਨੇ ਢੋਲ ਢਮੱਕੇ ਵਜਾਏ ਹੋਣਗੇ, ਕਿੰਨਿਆਂ ਨੇ ਵਧਾਈਆਂ ਦਿੱਤੀਆਂ ਹੋਣਗੀਆਂ, ਕਿੰਨੇ ਲੱਡੂ ਵੰਡੇ ਹੋਣਗੇ, ਕਿੰਨਿਆਂ ਨੂੰ ਹੀ ਸ਼ਰਾਬਾਂ ਪਿਲਾਈਆਂ ਹੋਣਗੀਆਂ ਬਾਪ ਨੇ ਵੀ ਪੁੱਤਰ ਹੋਇਆ। ਅਤੇ ਅੱਗੋਂ ਪੁੱਤਰ ਇਹੋ ਜਿਹਾ ਹੋ ਗਿਆ, ਉਹ ਕਪੁੱਤਰ ਹੋ ਗਿਆ। ਇਸ ਲਈ ਕੋਈ ਪਤਾ ਨਹੀਂ ਅੱਗੇ ਕੀ ਹੋਵੇਗਾ। ਜੋ ਹੁਣ ਸਮਾਂ ਨਾ, ਬਸ ਜੋ ਅੱਜ ਹੈ ਇਹਦਾ ਲਾਭ ਉਠਾ ਲਓ। ਕੱਲ੍ਹ ਕਿੰਨੇ ਵੇਖਿਆ? ਇੰਗਲਿਸ਼ ਵਾਲੇ ਦੇਖਦੇ ਟਮਾਰੋ ਕਮਜ਼ ਨੈਵਰ, ਕੱਲ੍ਹ ਕਦੇ ਆਉਂਦੀ ਹੀ ਨਹੀਂ ਹੈ। ਕਿਉਂਕਿ ਕੱਲ੍ਹ ਜਦੋਂ ਆਏਗਾ ਉਹ ਅੱਜ ਹੋ ਜਾਏਗਾ, ਉਹ ਅੱਜ ਹੋ ਜਾਏਗਾ। ਕੱਲ੍ਹ ਤਾਂ ਆਉਂਦੀ ਹੀ ਨਹੀਂ। ਕੱਲ੍ਹ ਕਿਸ ਨੇ ਵੇਖੀ ਹੈ? ਹਮ ਆਦਮੀ ਹਾਂ ਇੱਕਦਮੀ, ਮੁਹਲਤ ਮੁਹਤ ਨ ਜਾਣਾ। ਅਸੀਂ ਤਾਂ ਇੱਕਦਮ ਇੱਕ ਸਵਾਸ ਦੇ ਆਦਮੀ ਹਾਂ। ਸਵਾਸ ਆ ਗਿਆ ਜਿਉਣਿਆ, ਨਹੀਂ ਆਇਆ ਖਤਮ। ਕੋਈ ਗਰੰਟੀ ਨਹੀਂ। ਜੈਮਲ ਸਿੰਘ ਅੱਜ ਕਥਾ ਕਰ ਰਿਹਾ, ਕੱਲ੍ਹ ਨੂੰ ਕਰੇ ਨਾ ਕਰੇ, ਜਿਉਂਦਾ ਰਹੇ ਨਾ ਜਿਉਂਦਾ ਰਹੇ, ਕੀ ਗਰੰਟੀ ਹੈ? ਕੋਈ ਗਰੰਟੀ ਨਹੀਂ ਹੈ, ਕੋਈ ਗਰੰਟੀ ਨਹੀਂ। ਜਿਵੇਂ ਕੱਚੇ ਭਾਂਡੇ ਦੀ ਕੋਈ ਗਰੰਟੀ, ਕਿੰਨੀ ਕੁ ਦੇਰ ਰਤੀ ਠੋਕਰ ਵੱਜੀ ਟੁੱਟ ਜਾਏਗਾ। ਇਸ ਲਈ ਕੋਈ ਨਹੀਂ। ਜਿੰਨਾ ਸਮਾਂ ਮਿਲਿਆ ਹੈ, ਜਿਹੜਾ ਵੀ ਮਿਲਿਆ ਸਮਾਂ, ਉਸੇ 'ਚ ਹੀ ਨਾਮ ਜਪ ਲਓ। ਇਹ ਨਾ ਕਿ ਮੈਂ ਕੱਲ੍ਹ ਤੋਂ ਸ਼ੁਰੂ ਕਰਾਂਗਾ, ਕੱਲ੍ਹ ਪਤਾ ਨਹੀਂ ਆਉਣੀ ਹੈ ਕਿ ਨਹੀਂ ਆਉਣੀ। ਮੈਂ ਸੋਮਵਾਰ ਤੋਂ ਸ਼ੁਰੂ ਕਰਾਂਗਾ, ਪਤਾ ਨਹੀਂ ਸੋਮਵਾਰ ਆਉਣਾ ਹੈ ਕਿ ਨਹੀਂ। ਕਈ ਕਹਿੰਦੇ ਬੁੱਧ ਕੰਮ ਸੁੱਧ, ਮੈਂ ਬੁੱਧਵਾਰ ਤੋਂ ਸ਼ੁਰੂ ਕਰਾਂਗਾ। ਕੋਈ ਕਹਿੰਦਾ ਮੈਂ 1 ਤਰੀਕ ਤੋਂ ਸ਼ੁਰੂ ਕਰਾਂਗਾ। ਕੋਈ ਕਹਿੰਦਾ ਮੈਂ ਕੁੜੀ ਵਿਆਹੁਣ ਤੋਂ ਬਾਅਦ ਕਰਾਂਗਾ। ਜਿਹੜੇ ਇਸ ਤਰ੍ਹਾਂ ਕਹਿੰਦੇ ਇਹਨਾਂ ਨੂੰ ਕੁਛ ਨਹੀਂ ਕਰਨਾ ਹੁੰਦਾ, ਇਹਨਾਂ ਨੂੰ ਕੁਛ ਨਹੀਂ ਕਰਨਾ ਹੁੰਦਾ। ਇਹ ਤਾਂ ਇੱਕ ਟਾਲਣ ਦੇ ਬਹਾਨੇ ਹਨ। ਜਿੰਨਾ ਕਰਨਾ ਹੁੰਦਾ ਉਹ ਫਿਰ ਗਨਕਾਂ ਵਾਂਗੂ ਸਭ ਕੁਝ ਛੱਡ ਛੁਡਾ ਕੇ ਲੱਗ ਜਾਂਦੇ ਨੇ। ਹਾਂ, ਸਭ ਕੁਝ ਛੱਡ ਛੁਡਾ ਦਿੰਦੇ ਨੇ ਅਤੇ ਫਿਰ ਦਿਨ ਰਾਤ ਭਜਨ ਬੰਦਗੀ ਕਰਦੇ ਰਹਿੰਦੇ। ਸਭ ਕੁਝ ਛੱਡ ਛਡਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਨੌਕਰੀ ਛੱਡ ਦਿਓ, ਤੁਸੀਂ ਘਰ-ਬਾਰ ਛੱਡ ਦਿਓ, ਇਹ ਭਾਵ ਨਹੀਂ ਹੈਗਾ। ਜੋ ਵਿਅਰਥ ਦੇ ਕੰਮ ਕਰ ਰਹੇ ਹੋ ਸਾਰੇ ਛੱਡ ਦਿਓ, ਫਿਰ ਤੁਹਾਡੇ ਕੋਲ ਟਾਈਮ ਬਹੁਤ ਹੋਵੇਗਾ। ਲੋਕਾਂ ਕੋਲ ਟਾਈਮ ਇਸ ਲਈ ਨਹੀਂ ਕਿ ਵਿਅਰਥ ਦੇ ਕੰਮ ਕਰਦੇ ਰਹਿੰਦੇ ਨੇ, ਫਜ਼ੂਲ ਦੇ ਕੰਮ ਕਰਦੇ ਰਹਿੰਦੇ।
ਜਿਹੜਾ ਜ਼ਰੂਰੀ ਕੰਮ ਹੈ ਉਹ ਕਰੋ, ਬਾਕੀ ਜਿਹੜਾ ਸਮਾਂ ਹੈ ਉਹ 'ਚ ਭਜਨ ਬੰਦਗੀ ਕਰੋ, ਜੀਵਨ ਲੇਖੇ ਲਾਓ। ਬਹੁਤ ਜਾਤ ਹੈ ਬੀਤ, ਕਿ ਤੇਰੀ ਉਮਰ ਬੀਤ ਰਹੀ ਹੈ, ਤੇਰੀ ਉਮਰ ਬੀਤਦੀ ਜਾ ਰਹੀ ਹੈ। ਭਜ ਹਰ ਮਨਾ, ਹੇ ਮਨਾ ਤੂੰ ਪਰਮਾਤਮਾ ਦਾ ਨਾਮ ਜਪ ਲੈ। ਅੱਗੇ ਕਹਿੰਦੇ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਪਹੁੰਚਿਓ ਹਾਹੇ ਤੇ ਟਿੱਪੀ ਲਾ ਕੇ ਪਹੁੰਚਣਾ ਹੁੰਦਾ ਨਾ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਭਜੈ ਨਹੀਂ ਪੜ੍ਹਨਾ, ਭਜੈ ਤੂੰ ਦਾ ਭਾਵ ਹੈ। ਹੇ ਨਰ ਬਾਵਰੇ, ਹੇ ਕਮਲਿਆ ਬੰਦਿਆ, ਤੂੰ ਨਾਮ ਕਿਉਂ ਨਹੀਂ ਜਪਦਾ? ਤੂੰ ਆ ਗਿਆ। ਜਦੋਂ ਤੂੰ ਜਾਂ ਤੂੰ ਦੀ ਭਾਵਨਾ ਹੋਵੇ, ਅੱਗੇ ਜਿਹੜੀ ਕਿਰਿਆ ਉਹ ਹਮੇਸ਼ਾ ਨਕਰੀ ਭੁੱਲ ਜਾਂਦੀ। ਭਜੈ ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਬਿਰਧ ਭਇਓ, ਤੂੰ ਬੁੱਢਾ ਹੋ ਗਿਆ। ਬਿਰਧ ਬੁੱਢੇ ਨੂੰ ਕਹਿੰਦੇ। ਬਿਰਧ ਭਇਓ, ਬੁੱਢਾ ਹੋ ਗਏ, ਸੂਝੈ ਨਹੀਂ, ਹੁਣ ਅਕਲ ਮਾਰੀ ਗਈ ਹੈ, ਅਕਲ ਕੰਮ ਨਹੀਂ ਕਰਦੀ। ਕਾਲ ਪਹੁੰਚਿਓ ਆਨ, ਮੌਤ ਦਾ ਸਮਾਂ ਆ ਗਿਆ ਹੈ, ਕਾਲ ਆ ਕੇ ਪਹੁੰਚ ਗਿਆ ਹੈ ਵੀ ਆ ਜਾ ਵੀ ਸੱਜਣ, ਚੱਲੀਏ ਹੁਣ। ਮੌਤ ਦਾ ਸਮਾਂ ਬਿਲਕੁਲ ਨੇੜੇ ਆ ਗਿਆ। ਬੁੱਢਾ ਹੋ ਗਿਆ ਤੂੰ, ਹੁਣ ਤੇਰੀ ਅਕਲ ਵੀ ਕੰਮ ਨਹੀਂ ਕਰਦੀ ਹੈਗੀ। ਕਹੋ ਨਾਨਕ ਨਰ ਬਾਵਰੇ, ਬਾਵਰੇ ਮੈਨੇ ਕਮਲਿਆ, ਹੇ ਕਮਲਿਆ ਇਨਸਾਨਾ, ਕਿਉਂ ਨਾ ਭਜੈ ਭਗਵਾਨ। ਤੂੰ ਭਗਵਾਨ ਦੀ ਭਜਨ ਬੰਦਗੀ ਕਿਉਂ ਨਹੀਂ ਕਰਦਾ? ਉਹ ਤੂੰ ਬੁੱਢਾ ਹੋ ਗਿਆ, ਮਰਨ ਕਿਨਾਰੇ ਹੋ ਗਏ, ਪਤਾ ਨਹੀਂ ਮੌਤ ਕਿਸ ਵੇਲੇ ਆ ਜਾਣੀ ਹੈ, ਤੂੰ ਅਜੇ ਵੀ ਕਹਿੰਦੇ ਭਜਨ ਨਹੀਂ ਕਰਦਾ। ਤੂੰ ਕਿਉਂ ਨਹੀਂ ਭਜਨ ਕਰਦਾ? ਕਹੋ ਨਾਨਕ ਨਰ ਬਾਵਰੇ, ਹੇ ਕਮਲੇ ਇਨਸਾਨ, ਕਿਉਂ ਨਾ ਭਜੈ ਭਗਵਾਨ। ਤੂੰ ਪਰਮਾਤਮਾ ਦਾ ਭਜਨ ਕਿਉਂ ਨਹੀਂ ਕਰਦਾ? ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ, ਇਨ ਮੈਂ ਕਛੁ ਸੰਗੀ ਨਹੀਂ, ਨਾਨਕ ਸਾਚੀ ਜਾਨ। ਧਨ ਦਾਰਾ ਪਤਨੀ ਨੂੰ ਕਹਿੰਦੇ ਨੇ, ਸੰਪਤ ਸੰਪਤੀ ਜਾਇਦਾਦ ਪ੍ਰੋਪਰਟੀ ਜਿਹਨੂੰ ਇੰਗਲਿਸ਼ ਕਹਿੰਦੇ ਨੇ, ਸਗਲ ਸਾਰੇ। ਜਿਨ ਆਪਣੀ ਕਰ ਮਾਨ, ਜਿਸ ਧਨ ਨੂੰ, ਜਿਸ ਪਤਨੀ ਨੂੰ, ਜਿਸ ਪ੍ਰੋਪਰਟੀ ਸੰਪਤੀ ਨੂੰ ਤੂੰ ਆਪਣੀ ਸਮਝ ਰਿਹਾ ਨਾ, ਆਪਣੀ ਸਮਝ ਰਿਹਾ, ਇਨਮੇ ਕਛੁ ਸੰਗੀ ਨਹੀਂ, ਇਹ ਜੇ ਕਿਸੇ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ। ਜਦ ਤੂੰ ਮਰੇਗਾ ਨਾ ਧਨ ਨੇ ਜਾਣਾ, ਨਾ ਪਤਨੀ ਨੇ ਜਾਣਾ, ਨਾ ਤੇਰੀ ਜਾਇਦਾਦ ਨੇ ਤੇਰੇ ਨਾਲ ਜਾਣਾ। ਇਹ 'ਚ ਤੇਰਾ ਕੋਈ ਵੀ ਸੰਗੀ ਨਹੀਂ। ਨਾਨਕ ਸਾਚੀ ਜਾਣ, ਇਹਨੂੰ ਸੱਚ ਜਾਣ ਲੱਗੇ। ਕਿਤੇ ਕਹੇ ਵੀ ਐਵੇਂ ਕਹਿੰਦੇ ਗੁਰੂ ਮਹਾਰਾਜ ਤਾਂ, ਜੇ ਗੁਰੂ ਹੀ ਐਵੇਂ ਕਹਿੰਦੇ ਫਿਰ ਉਹ ਗੁਰੂ ਕਦ? ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਇਸੀ ਸੱਚ ਕੀ ਬੇਲਾ। ਉਤਾਰ ਕਹਿੰਦੇ ਮੈਂ ਤੇ ਕਹਿੰਦੇ ਸੱਚ ਦੀ ਬਾਣੀ ਕਹਿਣਾ, ਮੈਂ ਤੇ ਰੱਬੀ ਬਾਣੀ ਕਹਿਣਾ, ਸੱਚ ਸੁਣਾਉਣ ਦੇ ਵੇਲਾ ਹੈ। ਗੁਰੂ ਮਹਾਰਾਜ ਸੱਚ ਕਹਿ ਰਹੇ ਨੇ, ਤਾਂ ਉਹ ਕਹਿੰਦੇ ਨੇ ਸੱਚ ਹੀ ਜਾਣ। ਇਸ ਗੱਲ ਨੂੰ ਤੂੰ ਸੱਚ ਸਮਝ ਕਿ ਜਿਸ ਧਨ ਮਗਰ, ਜਿਸ ਔਰਤ ਮਗਰ, ਜਿਸ ਜਾਇਦਾਦ ਦੇ ਮਗਰ ਤੂੰ ਲੱਗਾ ਹੋਇਆ ਹੈ, ਔਰ ਇਹਨਾਂ ਦੇ ਕਾਰਨ ਤੂੰ ਰੱਬ ਦਾ ਨਾਮ ਨਹੀਂ ਜਪਦਾ, ਕਹਿੰਦੇ ਯਾਦ ਰੱਖ, ਇਹਨਾਂ 'ਚੋਂ ਕਿਸੇ ਨੇ ਵੀ ਨਹੀਂ ਤੇਰੇ ਨਾਲ ਨਹੀਂ ਜਾਣਾ। ਇਹ ਗੱਲ ਸੱਚੀ ਸਮਝ ਲੈ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਧਨ ਦੌਲਤ ਛੱਡ ਦਿਓ ਅਤੇ ਜਨਾਨੀ ਨੂੰ ਕਹੋ ਨਹੀਂ ਨਵੇਂ ਪਾਤਸ਼ਾਹ ਤੂੰ ਮੇਰੇ ਨਾਲ ਨਹੀਂ ਜਾਣਾ, ਤੂੰ ਦਫਾ ਹੋ। ਇਹ ਭਾਵ ਨਹੀਂ ਹੈ। ਇਹਨਾਂ ਦਾ ਮੋਹ ਛੱਡਣਾ। ਇਹਨਾਂ ਕਾਰਨ ਭਜਨ ਬੰਦਗੀ ਨਹੀਂ ਛੱਡਣੀ। ਕਿਤੇ ਸਾਰਾ ਦਿਨ 24 ਘੰਟੇ ਇਹਨਾਂ 'ਚ ਹੀ ਲੱਗੇ ਰਹੋ।
ਧਨ ਕਮਾਉਣ 'ਤੇ ਲੱਗੇ ਰਹੋ, ਜਨਾਨੀ ਨੂੰ ਖੁਸ਼ ਕਰਨ 'ਤੇ ਲੱਗੇ ਰਹੋ। ਆਹ ਚੱਕ ਸਾੜੀ, ਆਹ ਚੱਕ ਸੂਟ, ਆਹ ਚੱਕ ਵਾਲੀਆਂ, ਆਹ ਚੱਕ ਹਾਰ, ਕੀ ਯਾਦ ਰੱਖੇਂ, ਆਹ ਲੈ ਚੂੜੀਆਂ, ਸੰਪਤੀ ਜਾਇਦਾਦ ਇਕੱਠੀ ਕਰਨ 'ਤੇ ਲੱਗੇ ਰਹਿਣਾ। ਅਜੇ ਨਾ ਕਿ ਸਮਝ ਨਾ ਬਚੇ। ਆਹ ਭਾਵ ਉਹਨਾਂ ਦਾ ਵੀ ਇਹਨਾਂ 'ਚ ਨਹੀਂ ਹਰ ਵਕਤ ਲੱਗੇ ਰਹਿਣਾ, ਨਾਮ ਜਪਣਾ। ਇਹਨਾਂ 'ਚੋਂ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ। ਇਹਨੂੰ ਮੈਂ ਕਛੂ ਸੰਗੀ ਨਹੀਂ, ਇਹਨਾਂ 'ਚ ਕੋਈ ਤੇਰਾ ਸੰਗੀ ਨਹੀਂ, ਕਿਸੇ ਨੇ ਤੇਰੇ ਨਾਲ ਨਹੀਂ ਜਾਣਾ। ਨਾਨਕ ਸਾਚੀ ਜਾਣ। ਹੇ ਇਨਸਾਨ, ਤੂੰ ਇਸ ਗੱਲ ਨੂੰ ਸੱਚੀ ਸਮਝ। ਸੋ ਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਜਪਣਾ, ਇਹ ਮਨੁੱਖਾ ਜੀਵਨ ਨਾਮ ਜਪਣ ਲਈ ਮਿਲਿਆ ਹੈ। ਨਹੀਂ ਤੇ ਕੀ ਹੋਏਗਾ? ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਅਜੇ ਹੈ ਨਾ ਕਿ ਇਹ ਮਨੁੱਖਾ ਜੀਵਨ ਜਿਹੜਾ 83,99,999 ਜੂਨੀਆਂ ਤੋਂ ਬਾਅਦ, ਕਰੋੜਾਂ ਸਾਲਾਂ ਬਾਅਦ ਸਾਨੂੰ ਪ੍ਰਾਪਤ ਹੋਇਆ, ਕਿਤੇ ਐਵੇਂ ਨਾ ਚਲਿਆ ਜਾਏ, ਕਿਤੇ ਵਿਅਰਥ ਹੀ ਨਾ ਚਲਿਆ ਜਾਏ। ਨਾਮ ਜਪਣਾ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।